ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਅੱਜ ਗੱਲਬਾਤ ਕਰਾਂਗੇ 2022 ਦੇ ਵਿੱਚ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਨੇ, ਜਿਹਨੂੰ ਲੈ ਕੇ ਬੀਜੇਪੀ ਸਰਕਾਰ ਨੂੰ ਇੱਕ ਬੜਾ ਵੱਡਾ ਖਤਰਾ ਜਾਪਦਾ ਕਿ ਕਿਤੇ ਸਾਡੇ ਹੱਥਾਂ 'ਚੋਂ ਯੂਪੀ ਨਾ ਨਿਕਲ ਜੇ। ਇਹਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਬੀਜੇਪੀ ਸਰਕਾਰ ਨੂੰ ਪਤਾ ਕਿ ਕਿਸਾਨ ਅੰਦੋਲਨ ਚੱਲਦਾ, ਉਹ ਕਿਸਾਨ ਅੰਦੋਲਨ ਜੋ ਪੰਜਾਬ ਤੋਂ ਸ਼ੁਰੂ ਹੋਇਆ ਸੀ, ਹਰਿਆਣਾ ਦੇ ਨਾਲ ਮਦਦ ਕੀਤੀ, ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨੀ ਅੰਦੋਲਨ ਫੈਲ ਚੁੱਕਿਆ। ਬੀਜੇਪੀ ਹਕੂਮਤ ਨੂੰ ਇਸ ਗੱਲ ਦਾ ਡਰ ਹੈ 2022 ਦੇ ਵਿੱਚ ਕਿਸਾਨ ਅੰਦੋਲਨ ਯੂਪੀ ਦੇ ਵਿੱਚ ਵਿਰੋਧ ਕਰੂਗਾ ਬੀਜੇਪੀ ਦਾ, ਜਿਹਨੂੰ ਲੈ ਕੇ ਬੀਜੇਪੀ ਸਰਕਾਰ ਲਗਾਤਾਰ ਯੂਪੀ ਵੱਲ ਉਹਨਾਂ ਦਾ ਧਿਆਨ ਖਿੱਚਿਆ ਹੋਇਆ। ਲਗਾਤਾਰ ਉਹਨੇ ਸਰਗਰਮੀਆਂ ਯੂਪੀ ਦੇ ਵਿੱਚ ਵਧੀਆਂ ਹੋਈਆਂ ਨੇ। ਪਿਛਲੇ ਦਿਨੀ ਅਮਿਤ ਸ਼ਾਹ ਲਖਨਊ ਗਏ ਸੀ। ਉਹ ਯੂਪੀ ਵਾਸੀਆਂ ਨੂੰ ਅਪੀਲ ਕਰਦੇ ਨੇ ਕਿ ਦੇਖਿਓ ਕਿਤੇ ਇਸ ਵਾਰ ਯੋਗੀ ਨੂੰ ਹਰਾ ਨਾ ਦਿਓ, ਯੋਗੀ ਆਦਿੱਤਿਆਨਾਥ ਨੂੰ, ਕਿਉਂਕਿ ਜੇ ਯੋਗੀ ਆਦਿੱਤਿਆਨਾਥ ਯੂਪੀ ਦੇ ਵਿੱਚ ਦੁਬਾਰੇ ਚੁਣ ਕੇ ਆਉਂਦੇ ਨੇ ਤਾਂ 2024 ਦੇ ਵਿੱਚ ਫਿਰ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰ ਤੋਂ ਚੁਣ ਸਕਦੇ ਹਾਂ। ਜੇਕਰ ਸਾਡੇ ਹੱਥੋਂ ਯੂਪੀ ਨਿਕਲ ਗਈ ਤਾਂ ਕੇਂਦਰ ਵੀ ਸਾਡੇ ਹੱਥੋਂ ਨਿਕਲ ਜਾਣਾ। ਅਮਿਤ ਸ਼ਾਹ ਦੇ ਖਦਸ਼ੇ ਨੇ ਇਸੇ ਪੂਰੇ ਉਹਨਾਂ ਦੇ ਬਿਆਨ ਨੂੰ ਸਮਝਾਂਗੇ, ਇਸ ਬਿਆਨ ਦੇ ਪਿੱਛੇ ਦੀ ਰਾਜਨੀਤੀ ਨੂੰ ਸਮਝਾਂਗੇ, ਯੂਪੀ ਸਿਆਸਤ ਨੂੰ ਸਮਝਾਂਗੇ। 2022 ਦੇ ਵਿੱਚ ਹਾਲਾਂਕਿ ਗੱਲਾਂ ਤਾਂ ਇਹ ਚੱਲਦੀਆਂ ਸੀ ਕਿ ਕੁਛ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਸਿਮਟ ਸਕਦਾ, ਕਿਉਂਕਿ ਬੀਜੇਪੀ ਹਕੂਮਤ ਕਿਸਾਨਾਂ ਦੀ ਮੰਗਾਂ ਮੰਨ ਲੂਗੀ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਸੀ, ਉਹ ਮੀਟਿੰਗ ਰੱਦ ਹੋ ਗਈ, ਮੁਲਤਵੀ ਹੋ ਗਈ ਜਾਂ ਰੱਦ ਹੋ ਗਈ, ਇਹ ਹਜੇ ਗੱਲ ਬਾਹਰ ਨਹੀਂ ਆ ਪਾਈ, ਕਿਉਂਕਿ ਕਿਹਾ ਜਾ ਰਿਹਾ ਕਿ ਹੁਣ ਬੀਜੇਪੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਤਰ੍ਹਾਂ ਨਹੀਂ ਲੈਂਦੀ ਜਿਵੇਂ ਪਹਿਲਾਂ ਦੇਖਦੇ ਸੀ। ਉਹ ਪਹਿਲਾਂ ਆਖਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸਿਆਸੀ ਅਸਰ ਰਸੂਖ ਪੰਜਾਬ ਦੇ ਵਿੱਚ ਹੈ। ਅਮਿਤ ਸ਼ਾਹ ਉਸ ਮੀਟਿੰਗ ਨੂੰ ਕੈਂਸਲ ਕਰਕੇ ਚਲੇ ਗਏ। ਹੁਣ ਗੱਲ ਯੂਪੀ ਦੀ ਤੇ ਕਿਸਾਨੀ ਅੰਦੋਲਨ ਦੀ ਸਮਝਾਂਗੇ ਪੂਰੇ ਬਿਰਤਾਂਤ ਨੂੰ, ਤੇ ਸਾਡੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਨੇ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ ਲੋਕਰਾਣ। ਧੰਨਵਾਦ ਜੀ, ਧੰਨਵਾਦ। ਧਾਲੀਵਾਲ ਸਾਹਿਬ, ਵੱਡੇ ਖਦਸ਼ੇ ਨੇ ਬੀਜੇਪੀ ਸਰਕਾਰ ਨੂੰ ਕਿ ਸਾਡੇ ਹੱਥੋਂ ਕਿਤੇ ਯੂਪੀ ਨਾ ਨਿਕਲ ਜੇ। ਦੇਖੋ 403 ਵਿਧਾਨ ਸਭਾ ਦੀਆਂ ਸੀਟਾਂ, 80 ਸੀਟਾਂ ਲੋਕ ਸਭਾ ਦੀਆਂ। ਅਮਿਤ ਸ਼ਾਹ, ਜਿਵੇਂ ਮੈਂ ਜ਼ਿਕਰ ਕੀਤਾ, ਲਖਨਊ ਪਹੁੰਚੇ, ਉੱਥੇ ਯੂਪੀ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੇਖਿਓ ਆਦਿੱਤਿਆਨਾਥ ਨੂੰ ਹਰਾ ਨਾ ਯੋਗੀ ਸਾਹਿਬ ਨੂੰ ਦਿਓ, ਤੇ ਫਿਰ ਪ੍ਰਧਾਨ ਮੰਤਰੀ ਸਾਡੇ ਲਈ ਔਖਾ ਹੋ ਜਾਊਗਾ। ਨਰਿੰਦਰ ਮੋਦੀ ਸਾਹਿਬ ਨੂੰ ਫਿਰ ਤੋਂ ਚੁਣਨਾ 2024 'ਚ ਸਾਨੂੰ ਔਖਾ ਹੋਊਗਾ। ਕੀ ਸਮਝੀਏ, ਡਰ ਸਮਝੀਏ ਇਹਨੂੰ, ਜਾਂ ਕੋਈ ਚਲਾਕੀ ਜਾਂ ਕੋਈ ਰਾਜਨੀਤਿਕ ਰਣਨੀਤੀ ਹੈ? ਇਹ ਦੋਨੋਂ ਹੀ ਗੱਲਾਂ ਸਮਝ ਸਕਦੇ ਹੋ ਤੁਸੀਂ। ਰਣਨੀਤੀ ਦੇ ਵਿੱਚ ਜਿਹੜਾ ਫੈਕਟਰ ਸਭ ਤੋਂ ਵੱਡਾ ਹੁੰਦਾ ਹੈ ਜੀ, ਉਹ ਫੈਕਟਰ ਤੇ ਸਾਰੀਆਂ ਪਾਰਟੀਆਂ ਧਿਆਨ ਕੇਂਦਰਿਤ ਕਰਕੇ ਚੱਲਦੀਆਂ ਨੇ। ਵਿਰੋਧੀ ਵੀ ਉਸ ਤੇ ਸੱਟ ਮਾਰਦੇ ਨੇ ਜੀ, ਤੇ ਜਿਹੜਾ ਸੱਤਾਧਾਰੀ ਪਾਰਟੀ ਹੈ ਉਹਨੂੰ ਰਹਿੰਦਾ ਹੈ ਕਿ ਉਹ ਫੈਕਟਰ ਨੂੰ ਧਿਆਨ 'ਚ ਰੱਖਦੇ ਹੋਏ ਜਿਵੇਂ ਕਿਵੇਂ ਉਸ ਨੂੰ ਬਚਾ ਕੇ ਰੱਖੀਏ। ਸੋ ਇਸ ਦੇ ਵਿੱਚ ਜੇ ਆਪਾਂ ਦੇਖੀਏ ਪੂਰੇ ਮੁਲਕ 'ਚ 543 ਦੇ ਵਿੱਚੋਂ ਜਦੋਂ ਆਪਾਂ ਕਹਿੰਦੇ ਹਾਂ 80 ਸੀਟਾਂ ਨੇ ਜੀ, ਠੀਕ ਹੈ ਨਾ, ਤਾਂ ਲਗਭਗ ਜੇ ਆਪਾਂ ਕਹੀਏ 7ਵਾਂ ਹਿੱਸਾ ਬਿਲਕੁਲ ਜਾਂ ਇਸ ਤੋਂ ਵੱਧ ਉਸ ਇਕੱਲੇ ਇੱਕ ਸਟੇਟ 'ਚੋਂ ਆਉਂਦਾ ਹੈ। ਬਿਲਕੁਲ ਯੂਪੀ ਸਟੇਟ ਆਬਾਦੀ ਦੇ ਹਿਸਾਬ ਨਾਲ ਸਾਰੀਆਂ ਸਟੇਟਾਂ 'ਚੋਂ ਵੱਡੀ ਹੈ। ਉਹਦੇ ਵਿੱਚੋਂ ਉੱਤਰਾਖੰਡ ਨਿਕਲਣ ਤੋਂ ਬਾਅਦ ਹੁਣ ਵੀ 80 ਸੀਟਾਂ ਉਹਦੇ ਵਿੱਚ ਨੇ ਜੀ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਕੋਈ ਸਟੇਟ ਹੋ ਸਕਦੀ ਹੈ ਜਿਹਦੀਆਂ 42-45 ਸੀਟਾਂ ਨੇ ਜੀ। ਮਤਲਬ ਇੰਨਾ ਡਿਫਰੈਂਸ ਹੈ, ਇਸ ਕਰਕੇ ਉਹ ਐਡੀ ਵੱਡੀ ਸਟੇਟ ਹੈ। ਉਹ ਸਟੇਟ ਦੇ ਵਿੱਚ ਜੇ ਆਪਾਂ ਆਪਣਾ ਪੁਰਾਣਾ ਰਿਕਾਰਡ ਦੇਖੀਏ ਤਾਂ ਸਾਡਾ ਹਰ ਇੱਕ ਪ੍ਰਧਾਨ ਮੰਤਰੀ ਯੂਪੀ 'ਚੋਂ ਚੁਣ ਕੇ ਆਉਂਦਾ ਹੈ ਜੀ। ਇੱਥੋਂ ਤੱਕ ਕਿ ਮੋਦੀ ਜੀ ਵੀ ਯੂਪੀ 'ਚੋਂ ਹੀ ਆਏ ਨੇ, ਭਾਵੇਂ ਉਹ ਗੁਜਰਾਤ ਦੇ ਕਹਾਉਂਦੇ ਨੇ, ਪਰੰਤੂ ਪ੍ਰਧਾਨ ਮੰਤਰੀ ਬਣਨ ਵੇਲੇ ਪਹਿਲਾਂ ਵੀ ਤੇ ਹੁਣ ਵੀ ਉਹ ਵਾਰਾਣਸੀ ਤੋਂ ਜਿੱਤੇ ਜੀ। ਉਹ ਵੀ ਉਹਨਾਂ ਨੇ ਸ਼ਾਇਦ ਇਸੇ ਰਣਨੀਤੀ ਦੇ ਤਹਿਤ ਕਿ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦਾ ਸਾਡੇ ਤੇ ਇਤਰਾਜ਼ ਨਾ ਲੱਗੇ ਕਿ ਜਿਹੜੀ ਸਟੇਟ ਦੇ 85 ਮੈਂਬਰ ਜਾਂ 80 ਮੈਂਬਰ ਆਉਂਦੇ ਨੇ ਉੱਥੋਂ ਦਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ। ਇਸ ਕਰਕੇ ਉਹ ਪ੍ਰਤੀਨਿਧਤਾ ਕਰਦੇ ਨੇ ਵਾਰਾਣਸੀ ਦੀ, ਯੂਪੀ ਦੀ ਜੀ। ਸੋ ਇਸ ਕਰਕੇ ਇੱਕ ਐਸੀ ਸਿਚੁਏਸ਼ਨ ਹੈ ਕਿ 2022 ਦੇ ਵਿੱਚ ਮੌਕੇ ਤੇ ਕੀ ਹੋਊਗਾ, 2 ਸਾਲ ਪਏ ਨੇ 24 ਦੇ ਵਿੱਚ, ਕਿਉਂਕਿ ਜਦੋਂ ਅਸੀਂ ਕੋਈ ਵੀ ਸੋਫੋਲੋਜਿਸਟ ਕਹਿ ਦਿੰਦੇ ਆ ਜਿਹਨੂੰ ਅੰਕੜਾ ਵਿਗਿਆਨੀ ਨੇ, ਉਹ ਅੰਕੜਾ ਵਿਗਿਆਨੀ ਅੰਦਾਜ਼ਾ ਲਗਾਉਂਦੇ ਨੇ ਕਿ ਕਿਹੜੀ ਪਾਰਟੀ ਜਿੱਤੇਗੀ ਕਿਹੜੀ ਨਹੀਂ ਜਿੱਤੇਗੀ। ਉਹ ਲਗਾਉਂਦੇ ਨੇ ਅੱਜ ਦੀ ਸਥਿਤੀ ਵਿੱਚ, ਕਿਉਂਕਿ ਕੱਲ ਕੀ ਹੋਏਗਾ, ਨਵਾਂ ਫੈਕਟਰ ਕੀ ਇਮਰਜ ਕਰ ਜੇ। ਜਿਵੇਂ ਤੁਸੀਂ ਦੇਖ ਰਹੇ ਹੋ 1 ਸਾਲ ਤੋਂ ਕਿਸਾਨ ਮੋਰਚਾ ਚੱਲ ਰਿਹਾ ਹੈ ਜੀ। ਜਿਹੜੇ ਬੰਦਿਆਂ ਨੇ ਇਸ ਤੋਂ 1.5 ਸਾਲ ਪਹਿਲਾਂ ਅੰਦਾਜ਼ਾ ਲਾਇਆ ਹੋਏਗਾ ਕਿ ਕੌਣ ਜਿੱਤੇਗਾ ਕੌਣ ਹਾਰੇਗਾ,
ਉਹਦੇ ਲਈ ਕਿਸਾਨ ਮੋਰਚਾ ਬਹੁਤ ਵੱਡਾ ਫੈਕਟਰ ਨਹੀਂ ਸੀ। ਬਿਲਕੁਲ। ਪਰ ਹੁਣ ਕਿਸਾਨ ਮੋਰਚਾ ਆਪਦੇ ਆਪ 'ਚ ਇੱਕ ਵੱਡਾ ਫੈਕਟਰ ਬਣ ਗਿਆ। ਜੇ ਇਹ ਕਿਸਾਨ ਮੋਰਚੇ ਦਾ ਬੀਜੇਪੀ ਕੋਈ ਹੱਲ ਕੱਢ ਲੈਂਦੀ ਹੈ ਤਾਂ ਇਹ ਕਹਿਣਾ ਵੀ ਔਖਾ ਹੈ ਕਿ 2 ਸਾਲਾਂ ਨੂੰ ਇਹ ਮੋਰਚਾ ਕੋਈ ਬਹੁਤ ਵੱਡਾ ਫੈਕਟਰ ਰਹੇਗਾ ਜਾਂ ਨਹੀਂ ਰਹੇਗਾ। ਬਿਲਕੁਲ, ਸਮਝ ਗਏ ਨਾ। ਦੂਸਰਾ ਇਹ ਸੀ ਕਿ ਬੀਜੇਪੀ ਨੂੰ ਸ਼ਾਇਦ ਇਹ ਭਰਮ ਸੀ ਕਿ ਜਿਹੜਾ ਕਿਸਾਨ ਮੋਰਚੇ ਦਾ ਅਸਰ ਹੈ ਇਹਦੇ ਵਿੱਚ ਮੋਹਰੀ ਹੋ ਕੇ ਪੰਜਾਬ ਦੇ ਲੋਕ ਚੱਲੇ ਨੇ ਜੀ, ਕੋਈ ਗੱਲ ਨਹੀਂ, ਇਹਨਾਂ ਨੂੰ ਅਸੀਂ ਕਾਬੂ ਕਰ ਲਾਂਗੇ। ਜਾਂ ਉਹਨਾਂ ਨੂੰ ਇਹ ਸੀ ਵੀ ਪੰਜਾਬ 'ਚ ਸਾਡਾ ਪਹਿਲਾਂ ਵੀ ਕੋਈ ਬਹੁਤ ਵੱਡਾ ਆਧਾਰ ਨਹੀਂ ਹੈ। ਫਿਰ ਇਹਦੇ ਵਿੱਚ ਹਰਿਆਣੇ ਦੇ ਲੋਕ ਆ ਗਏ, ਉਹਨਾਂ ਨੂੰ ਲੱਗਿਆ ਕਿ ਹਰਿਆਣੇ 'ਚ ਸਾਡੀ ਸਰਕਾਰ ਬਣ ਗਈ, ਜਿਵੇਂ ਕਿਵੇਂ ਅਸੀਂ ਕਾਬੂ ਕਰ ਲਾਂਗੇ। ਉਹ ਵੀ ਨਿਕਲ ਗਈ। ਫਿਰ ਇਹਨੂੰ ਲੱਗਿਆ ਵੀ ਯੂਪੀ ਦੇ ਵਿੱਚ ਸਿਰਫ ਜਿਹਨੂੰ ਅਸੀਂ ਵੈਸਟਰਨ ਯੂਪੀ ਕਹਿੰਦੇ ਆ ਕਿ ਉੱਥੇ ਕਿਸਾਨਾਂ ਦਾ ਜਾਂ ਟਕੈਤ ਲੀਡਰਸ਼ਿਪ ਦਾ ਇਹਨਾਂ ਦਾ ਪ੍ਰਭਾਵ ਹੈ, ਕੋਈ ਬਾਹਲਾ ਯੂਪੀ 'ਚ ਵੀ ਅਸਰ ਨਹੀਂ ਪਏਗਾ। ਪਰੰਤੂ ਹੋਇਆ ਕਿ ਜੋ ਮੈਂ ਸਮਝਦਾ, ਕਿਸਾਨ ਮੋਰਚੇ ਦੇ ਵਿੱਚ ਜਿਹੜੇ ਤਾਂ ਮੋਰਚੇ 'ਚ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ, ਵੈਸੇ ਤਾਂ ਸਾਰੇ ਸੂਬਿਆਂ ਤੋਂ ਲੋਕ ਆ ਰਹੇ ਨੇ, ਪਰ ਬਹੁ ਗਿਣਤੀ ਉਹ ਵੈਸਟਰਨ ਯੂਪੀ, ਪੰਜਾਬ, ਹਰਿਆਣਾ, ਰਾਜਸਥਾਨ, ਇਹਨਾਂ ਸੂਬਿਆਂ ਤੋਂ ਬਹੁ ਗਿਣਤੀ ਲੋਕ ਆ ਰਹੇ ਨੇ, ਉੱਤਰਾਖੰਡ ਚੋਂ ਆ ਰਹੇ ਨੇ। ਪਰੰਤੂ ਜੇ ਆਪਾਂ ਕਹੀਏ ਕਿ ਇਸ ਦੀ ਜਿਹੜੀ ਚੇਤਨਤਾ ਸੀ, ਮਤਲਬ ਉਹ ਕਿਸਾਨ ਚਾਹੇ ਸਾਊਥ ਦਾ, ਇਹ ਸਾਰੇ ਅੰਦੋਲਨ ਦੇ ਦੌਰਾਨ ਚੇਤਨਤਾ ਇੰਨੀ ਫੈਲੀ, ਇਹ ਉਹਨਾਂ ਨੂੰ ਵੀ ਸਮਝ ਲੱਗ ਗਈ ਕਿ ਇਹ ਮੁੱਦਾ ਸਾਡਾ ਹੈ। ਭਾਵੇਂ ਉਹ ਇਹਦੇ ਵਿੱਚ ਕਿਸੇ ਹੋਰ ਕਾਰਨਾਂ ਕਰਕੇ, ਇਹ ਨਹੀਂ ਕਿ ਉਹ ਆਉਣ ਨੂੰ ਤਿਆਰ ਨਹੀਂ, ਚਾਹੇ ਉਹ ਮਹਾਰਾਸ਼ਟਰ ਤੋਂ ਜਾਂ ਸਾਊਥ ਤੋਂ ਜਾਂ ਉੜੀਸਾ ਤੋਂ ਜਾਂ ਅਸਾਮ ਤੋਂ, ਜਿਹੜੇ ਕਿਸਾਨ ਤਾਂ ਕਿਸਾਨ ਨੇ, ਉਹਨਾਂ ਨੂੰ ਇਹ ਤਾਂ ਸਮਝ ਆਉਂਦੀ ਹੈ ਕਿ ਮੁੱਦਾ ਸਾਡਾ ਹੈ, ਇਹ ਸੰਕਟ ਦਾ ਸਾਡੇ ਤੇ ਵੀ ਉਨਾ ਹੀ ਅਸਰ ਹੋਏਗਾ ਜਿੰਨਾ ਪੰਜਾਬ ਹਰਿਆਣੇ 'ਚ ਹੈ। ਪਰੰਤੂ ਹੋਰ ਕਾਰਨ ਬਸ ਦੂਰ ਹੋਣ ਕਰਕੇ, ਉਹ ਇਸ ਲੀਡਰਸ਼ਿਪ ਨਾਲ ਜੁੜੇ ਹੋਣ ਨਾ ਕਰਕੇ, ਉਹ ਇੱਥੇ ਪਾਰਟਿਸਿਪੇਸ਼ਨ ਉਹਨਾਂ ਦੀ ਜ਼ਰੂਰ ਘੱਟ ਹੈ, ਲੇਕਿਨ ਉਹ ਇਹਦੇ ਵਿੱਚ ਇਨਵੋਲਵ ਨੇ। ਹੁਣ ਆਪਾਂ ਗੱਲ ਕਰੀਏ ਕਿ ਇਹੀ ਕਿ ਪਹਿਲਾਂ ਇਹਨਾਂ ਨੂੰ ਲੱਗਦਾ ਸੀ ਕਿ ਇਕੱਲੀ ਪੱਛਮੀ ਯੂਪੀ ਦੇ ਵਿੱਚ ਇਹਦਾ ਪ੍ਰਭਾਵ ਹੈ, ਪਰੰਤੂ ਹੁਣ ਯੂਪੀ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਿੱਥੇ ਜਿੱਥੇ ਵੱਡੀਆਂ ਰੈਲੀਆਂ ਹੋਈਆਂ ਨੇ, ਉੱਥੇ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਸਾਨੂੰ ਇਸ ਦਾ ਕੋਈ ਨੁਕਸਾਨ ਹੋ ਸਕਦਾ ਹੈ। ਇਸ ਤੋਂ ਅਗਲੀ ਗੱਲ, ਜਿਹੜਾ ਲੱਗ ਰਿਹਾ ਸੀ ਕਿ ਯੂਪੀ ਦੇ ਵਿੱਚ ਕਾਂਗਰਸ ਦਾ ਹੁਣ ਕੋਈ ਬਹੁਤ ਅਸਰਦਾਰ ਰੋਲ ਨਹੀਂ ਰਿਹਾ। ਪਿਛਲੇ ਸਮੇਂ ਦੇ ਵਿੱਚ, ਇਹ ਤਾਂ ਹੁਣ ਵੋਟਾਂ ਵੇਲੇ ਸਮਾਂ ਦੱਸੇਗਾ ਕਿ ਉਹਨਾਂ ਦੀ ਕਾਰਗੁਜ਼ਾਰੀ ਕਹੀ ਜੀ ਰਹਿੰਦੀ ਹੈ, ਪਰ ਕਾਂਗਰਸ ਦੀ ਜਿਹੜੀ ਸਰਗਰਮੀ ਹੈ ਜੀ, ਉਹ ਕਾਫੀ ਵਧੀਆ ਹੈ। ਅਤੇ ਬਦਲਣ ਤੋਂ ਬਿਨਾਂ ਪ੍ਰੈਸ ਨੇ ਕਾਂਗਰਸ ਨੂੰ ਤਵੱਜੋ ਦਿੱਤੀ ਹੈ, ਜਿਹਦੇ ਨਾਲ ਕਾਂਗਰਸ ਆਪਣੀ ਗੱਲ ਲੋਕਾਂ 'ਚ ਲੈ ਕੇ ਜਾਣ 'ਚ ਮੈਂ ਸਮਝਦਾ ਕਾਮਯਾਬ ਹੋਈ ਹੈ। ਲੋਕਾਂ 'ਚ ਇਸ ਗੱਲ ਦਾ ਚਰਚਾ ਹੈ ਕਿ ਕਾਂਗਰਸ ਫਿਰ ਦੁਬਾਰੇ ਰਿਵਾਈਵ ਹੋ ਰਹੀ ਹੈ। ਸਪੈਸ਼ਲੀ ਜਿਸ ਕਿਸਮ ਨਾਲ ਯੂਪੀ ਦੀ ਕਮਾਂਡ ਪ੍ਰਿਯੰਕਾ ਗਾਂਧੀ ਨੇ ਸੰਭਾਲੀ ਹੈ। ਜਿਵੇਂ ਆਪਾਂ ਕਹਿੰਦੇ ਆ ਨਾ, ਮੋਦੀ ਦਾ ਵੀ ਨੈਰੇਟਿਵ ਸੈੱਟ ਕੀਤਾ ਸੀ, ਕਾਂਗਰਸ ਵੀ ਇੱਕ ਨੈਰੇਟਿਵ ਸੈੱਟ ਕਰ ਰਹੀ ਹੈ ਕਿ ਜਿਵੇਂ ਆਪਾਂ ਕਹਿੰਦੇ ਸੀ ਨਾ, ਮੋਦੀ ਹੈ ਤਾਂ ਮੁਮਕਿਨ ਹੈ, ਮਤਲਬ ਕਾਂਗਰਸ ਨੇ ਵੀ ਇੱਦਾਂ ਦਾ ਇੱਕ ਇਸ਼ੂ ਖੜਾ ਕਰ ਲਿਆ ਕਿ ਪ੍ਰਿਯੰਕਾ ਹੈ ਤਾਂ ਯੂਪੀ 'ਚ ਮੁਮਕਿਨ ਹੈ। ਫਿਰ ਮੈਂ ਕਹਿਣਾ ਕਿ ਇਹ ਸਮਾਂ ਦੱਸੇਗਾ ਕਿ ਰਿਜ਼ਲਟ ਕੀ ਨੇ। ਇਸ ਤੋਂ ਅੱਗੇ ਜਿਹੜਾ ਇੱਕ ਹੋਰ ਫੈਕਟਰ ਹੈ ਜਿੱਥੇ ਯੂਪੀ 'ਚ ਡਰ ਰਹੀ ਹੈ, ਉਹਦੇ ਕਾਰਨ ਇਹ ਕਿ ਜਿਹੜੀ ਬੈਲਟ ਦੇ ਵਿੱਚ ਕਿਸਾਨਾਂ ਦਾ ਪ੍ਰਭਾਵ ਜ਼ਿਆਦਾ ਹੈ, ਉੱਥੇ ਕੁਝ ਨੇਤਾਵਾਂ ਨੇ, ਬੀਜੇਪੀ ਦੇ ਨੇਤਾਵਾਂ ਨੇ, ਕਾਂਗਰਸ ਵਿੱਚ, ਕਾਂਗਰਸ ਤੋਂ ਬਾਹਰ ਬਹੁਜਨ ਸਮਾਜ ਪਾਰਟੀ ਦੇ ਵਿੱਚ, ਸਮਾਜਵਾਦੀ ਪਾਰਟੀ ਦੇ ਵਿੱਚ ਜਿਹੜੇ ਨੇਤਾ ਸੀ, ਇੱਕ ਤਾਂ ਸਾਰਿਆਂ ਨੇ ਸਿੱਧਾ ਉਹਨਾਂ ਨੇ, ਉਹ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਤਾਂ ਇਹ ਸਪੋਰਟ ਹੀ ਕਰਤੀ ਕਿ ਅਸੀਂ ਤਾਂ ਕਿਸਾਨ ਅੰਦੋਲਨ ਦੇ ਪੱਖ 'ਚ ਹਾਂ, ਇਹ ਮਸਲੇ ਤੁਰੰਤ ਹੱਲ ਕੀਤੇ ਜਾਣ, ਹੱਲ ਹੀ ਨਾ ਕੀਤੇ ਜਾਣ, ਜੋ ਕੁਝ ਕਿਸਾਨ ਕਹਿੰਦੇ ਨੇ ਇਹ ਕਾਨੂੰਨ ਵਾਪਸ ਲਏ ਜਾਣ।
परंतु इस तो बिना बीजेपी दे बड़े नेतावां ने जिन्हां दे कद बड़े ने, जिन्हां विच मैं कहूँगा कि सतपाल मलिक जी जिहड़े गवर्नर रहे ने, मतलब उन्हां ने तां इत्थों तक कहता कि मैं गवर्नर रवां जा ना रवां मैनूं इहदे नाल कोई फर्क नहीं। और मैं मनदा कि जेकर किसानां दी गल ना मन्नी तां बीजेपी यूपी च आपदी हार वल वध रही है। हुण जदों कोई बीजेपी दा ਵੱਡਾ नेता ਵੱਡੇ ਅਹੁਦੇ ਤੇ, ਔਰ ਉਹ नेता भी इहा जा ਜਿਹਨੂੰ ਉਹਨਾਂ ਨੇ J&K ਦੇ ਵਿੱਚ 370 ਤੋੜਨ ਦੀ ਕਮਾਂਡ ਦਿੱਤੀ ਹੋਵੇ। ਹੁਣ ਜਦੋਂ ਉਹ ਵਿਅਕਤੀ ਇਹ ਕਹਿੰਦਾ ਹੈ ਤਾਂ ਕੁਦਰਤੀ ਹੈ ਲੋਕਾਂ ਤੇ ਇਹ ਗੱਲਾਂ ਦਾ ਅਸਰ ਹੋਊਗਾ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਕਿ ਉਹ ਵਿਅਕਤੀ ਵੈਸੇ ਹੀ ਨਹੀਂ ਕਹਿੰਦੇ, ਉਹ ਜੇ ਉਹਨਾਂ ਨੂੰ ਐਨਾਲਿਸਿਸ ਤੋਂ ਬਾਅਦ ਸੂਚਨਾ ਤੋਂ ਲੱਗਦਾ ਹੈ ਕੋਈ ਹਿੱਲ ਜੁਲ ਹੈ, ਪਹਿਲੀ ਗੱਲ ਤਾਂ ਉਹ ਤਾਂ ਕਹਿਣਗੇ। ਪਰ ਜੇ ਉਹ ਕਹਿੰਦੇ ਨੇ ਤਾਂ ਇਹਦਾ ਮਤਲਬ ਸਾਫ਼-ਸਾਫ਼ ਇਹ ਹੈ ਕਿ ਹੇਠਲੇ ਸੱਤਾ ਤੇ ਧਰਾਤਲ ਤੇ ਕੋਈ ਹਿੱਲ ਜੁਲ ਹੈ ਬੀਜੇਪੀ ਦੇ ਵਿੱਚ, ਸਾਰਾ ਕੁਝ ਠੀਕ ਨਹੀਂ ਹੈ, ਉਹ ਬੰਦੇ ਮਹਿਸੂਸ ਕਰਦੇ ਨੇ। ਉਸ ਤੋਂ ਜੇ ਅੱਗੇ ਚੱਲੀਏ, ਵਰਨ ਗਾਂਧੀ, ਮੇਨਕਾ ਗਾਂਧੀ ਦਾ ਇੱਕ ਵੱਡਾ ਕੱਦ ਹੈ, ਗਾਂਧੀ ਪਰਿਵਾਰ ਚੋਂ ਸੀ, ਇਹ ਬੀਜੇਪੀ 'ਚ ਆਈ, ਬੀਜੇਪੀ 'ਚ ਆ ਕੇ ਮੰਤਰੀ ਰਹੀ, ਉਹਦਾ ਬੇਟਾ 2 ਵਾਰ MP ਬਣਿਆ। ਪਰੰਤੂ ਜਿਹੜੀ ਬੈਲਟ 'ਚੋਂ ਉਹ ਜਿੱਤਦੇ ਨੇ ਉਹ ਵੀ ਕਿਸਾਨਾਂ ਦੀ ਬੈਲਟ ਹੈ ਜੀ। ਮੈਂ ਜਾਤੀ ਤੌਰ ਤੇ ਸਮਝਦਾ ਹਾਂ ਕਿ ਜੇਕਰ ਉਹਨਾਂ ਨੇ ਕਿਸਾਨਾਂ ਦੇ ਪੱਖ 'ਚ ਸਟੈਂਡ ਲਿਆ ਹੈ, ਮੈਂਬਰ ਪਾਰਲੀਮੈਂਟ ਰਹਿੰਦੇ ਹੋਏ, ਮੋਟੇ ਰੂਪ 'ਚ ਆਪਾਂ ਦੋ ਗੱਲਾਂ ਰਹੀਏ ਕਿ ਜਾਂ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਬੀਜੇਪੀ ਦੇ ਖਿਲਾਫ ਕੁਛ ਰੋਸ ਹੈ, ਜਾਂ ਕਿਉਂਕਿ ਉਹਨਾਂ ਦੀਆਂ ਕੰਸਟੀਚੁਐਂਸੀ ਦੇ ਵਿੱਚ, ਉਹਨਾਂ ਦੇ ਖੇਤਰ ਦੇ ਵਿੱਚ ਕਿਸਾਨਾਂ ਦੀ ਵੋਟ ਦਾ ਪ੍ਰਭਾਵ ਹੈ, ਉਹਨਾਂ ਨੂੰ ਇਹ ਸਮਝ ਹੈ ਕਿ ਕਿਸਾਨਾਂ ਦਾ ਵਿਰੋਧ ਕਰਕੇ ਸ਼ਾਇਦ ਅਸੀਂ ਨਾ ਜਿੱਤੀਏ। ਹੁਣ ਤਾਂ ਵਰੁਣ ਗਾਂਧੀ ਨੇ ਖੁੱਲ੍ਹ ਕੇ ਕਰਤਾ, ਕੱਲ੍ਹ ਉਹਨਾਂ ਨੇ ਕਿਹਾ ਬੀਜੇਪੀ ਸਰਕਾਰ ਦੇ ਖਿਲਾਫ ਬੋਲਦਿਆਂ ਹੋਇਆ ਕਿ MSP ਦਾ ਕਾਨੂੰਨ ਬਣਾਵੇ ਸਰਕਾਰ। ਮੈਂ ਕਿਹਾ ਬਿਲਕੁਲ ਹੈ, ਉਹਦੇ ਦੋ ਹੀ ਕਾਰਨ ਹੋ ਸਕਦੇ ਨੇ ਨਾ, ਦੋਨੇ ਕਾਰਨਾਂ ਦੀ ਜੇ ਆਪਾਂ ਪੜਚੋਲ ਕਰੀਏ, ਇਹਨਾਂ ਗੱਲਾਂ ਨੂੰ ਮੁੱਖ ਰੂਪ 'ਚ ਦੇਖੀਏ, ਸਤਿਆਪਾਲ ਮਲਿਕ ਜੀ ਦੀ, ਵਰੁਣ ਗਾਂਧੀ, ਮੇਨਕਾ ਗਾਂਧੀ, ਇਹ ਵੱਡੇ ਨੇਤਾ ਨੇ, ਇਸ ਤੋਂ ਬਿਨਾਂ ਛੋਟੇ ਨੇਤਾ ਦੀ ਹੋਰ ਵੀ ਹੋਈ ਜੀ। ਇਹਦਾ ਮਤਲਬ ਇਹ ਕਹੀਏ ਕਿ ਜਾਂ ਤਾਂ ਬੀਜੇਪੀ 'ਚ ਫੁੱਟ ਹੈ ਯੂਪੀ ਦੇ ਵਿੱਚ, ਜਾਂ ਬੀਜੇਪੀ ਦੇ ਨੇਤਾਵਾਂ ਨੂੰ ਡਰ ਹੈ, ਜਿਹੜੇ ਇਹ ਨੇਤਾ ਨੇ, ਜੇ ਇਹਨਾਂ ਨੂੰ ਡਰ ਹੈ ਕਿ ਬੀਜੇਪੀ ਹਾਰ ਰਹੀ ਹੈ ਤਾਂ ਇਹਦਾ ਮਤਲਬ ਬੀਜੇਪੀ ਮੰਨੇ ਜਾਂ ਨਾ ਮੰਨੇ। ਕਈ ਵਾਰੀ ਇਹ ਹੁੰਦਾ ਹੈ ਕਿ ਅਸੀਂ ਆਪਦੀ ਪੱਤ ਬਚਾਉਣ ਦੇ ਮਾਰੇ, ਜਿਹੜਾ ਪਾਰਟੀ ਦਾ ਨੇਤਾ ਹੁੰਦਾ ਹੈ ਉਹ ਇਹ ਮੰਨਦਾ ਨਹੀਂ ਹੁੰਦਾ ਕਿ ਅਸੀਂ ਹਾਰ ਰਹੇ ਹਾਂ ਜੇ ਨਜ਼ਰ ਰਿਜ਼ਲਟ ਨਹੀਂ ਆਉਂਦੇ। ਤੁਸੀਂ ਦੇਖਿਆ ਹੋਏਗਾ ਕਈ ਵਾਰ ਤਾਂ ਮਤਲਬ ਜਦੋਂ ਜਿਸ ਦਿਨ ਰਿਜ਼ਲਟ ਆਉਂਦੇ ਹੁੰਦੇ ਨੇ ਨਾ, ਉਸ ਦਿਨ ਵੀ ਪੁੱਛ ਲਈਏ ਵੀ ਜੇ ਬੀਜੇਪੀ ਦਾ ਕੀ ਹਾਲ ਹੈ ਜਾਂ ABC ਪਾਰਟੀ ਦਾ ਕੀ ਹਾਲ ਹੈ, ਜਿਹੜਾ ਉਹਦਾ ਨੇਤਾ ਹੈ ਚਾਹੇ ਜ਼ਮਾਨਤ ਜ਼ਬਤ ਹੋਣ ਚੱਲੀ ਹੋਵੇ, ਉਹ ਵੀ ਕਹਿੰਦਾ ਕਿ ਨਹੀਂ ਹਲੇ ਤਾਂ ਹੋਰ ਬਕਸੇ ਖੁੱਲੇ ਨੇ, ਜਦੋਂ ਸਾਡੇ ਵਾਲੇ ਬਕਸੇ ਖੁੱਲਣਗੇ ਤਾਂ ਰਿਜ਼ਲਟ ਹਾਰਨ ਤੋਂ ਬਾਅਦ ਵੀ ਨਹੀਂ ਕਹਿੰਦੇ। ਸੋ ਉਹਦੇ ਵਿੱਚ ਕੁੱਲ ਮਿਲਾ ਕੇ ਜੇ ਆਪਾਂ ਸਮਝੀਏ, ਇਹ ਦੋਨੋਂ ਹੀ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਕਿ ਇੱਕ ਤਾਂ ਬੀਜੇਪੀ ਦੀ ਵੋਟ ਨੂੰ ਖੋਰਾ ਲੱਗੇ ਯੂਪੀ 'ਚ, ਇੱਕ ਬੀਜੇਪੀ ਦੇ ਅੰਦਰ, ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਪੰਜਾਬ ਕਾਂਗਰਸ 'ਚ ਸਾਰਾ ਕੁਝ ਠੀਕ ਨਹੀਂ, ਬੀਜੇਪੀ 'ਚ ਵੀ ਸਾਰਾ ਕੁਝ ਠੀਕ ਨਹੀਂ ਹੈ। ਇਸ ਤੋਂ ਬਿਨਾਂ ਜੋ 4 ਮਹੀਨੇ ਪਹਿਲਾਂ ਖਬਰਾਂ ਆਈਆਂ, ਬੀਜੇਪੀ ਨੇ ਕੁਝ ਸਟੇਟਾਂ ਦੇ ਵਿੱਚ ਐਕਸਪੈਰੀਮੈਂਟ ਕੀਤਾ, ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਨੇ ਕੀਤਾ, ਕਿ ਜਿਹੜੇ ਮੁੱਖ ਮੰਤਰੀਆਂ ਦਾ ਇਮੇਜ ਅੱਛਾ ਨਹੀਂ ਹੈ, ਇਮੇਜ ਅੱਛੇ ਤੋਂ ਭਾਵ ਉਹਨਾਂ ਨੂੰ ਡਰ ਹੈ ਕਿ ਐਂਟੀ ਇਨਕੰਬੈਂਸੀ ਅਸੀਂ ਜਿਹਨੂੰ ਕਹਿੰਦੇ ਹਾਂ, ਕਿ ਜਿਹਦੀ ਸਰਕਾਰ ਹੈ, ਸਰਕਾਰ ਦੇ ਖਿਲਾਫ ਕੁਝ ਵੋਟ ਹੋ ਜਾਂਦੀ ਹੈ। ਇਸ ਤਰ੍ਹਾਂ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਇੱਕੋ ਹੀ ਗੱਲ ਜਿਹੜੀ ਸਟਾਰਟ ਤੇ ਸ਼ੁਰੂ ਦੇ ਵਿੱਚ ਯੋਗੀ ਨੇ ਪ੍ਰਚਾਰੀ ਕਿ ਜੀ ਅਸੀਂ ਗੁੰਡਿਆਂ ਨੂੰ ਠੋਕ ਦੇਂਗੇ, ਪਰੰਤੂ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਪੋਜੀਸ਼ਨਾਂ ਹੋਈਆਂ ਕਿ ਉਹ ਜਿਹੜਾ ਕਾਨੂੰਨ ਦਾ ਰਾਜ ਸੀ, ਉਹ 2-3 ਕੇਸਾਂ 'ਚ 2-3 ਬਲਾਤਕਾਰ ਦੇ ਕੇਸ ਹੋਏ, ਗਰੀਬਾਂ ਨਾਲ ਹੋਏ, ਉਸ ਤੋਂ ਬਾਅਦ ਆ ਕਿਸਾਨਾਂ ਵਾਲੇ ਕੇਸ 'ਚ ਹੋਏ ਜਿਹੜੇ ਲਤਾੜੇ ਗਏ। ਉਹ ਜਿਹੜਾ ਜੋਗੀ ਦਾ ਇਮੇਜ ਸੀ ਕਿ ਇਹ ਕ੍ਰਿਮੀਨਲਸ ਦੇ ਬਹੁਤ ਡਟ ਕੇ ਉਲਟ ਚੱਲਦਾ ਹੈ, ਉਹ ਜਿਹੜਾ ਇਮੇਜ ਸੀ ਉਹਨਾਂ ਦਾ ਉਹ ਫਟ ਗਿਆ, ਉਹ ਬਿਲਕੁਲ ਤਹਿਸ ਨਹਿਸ ਹੋ ਗਿਆ।
ਉਸ ਤੋਂ ਬਾਅਦ ਇਹ ਲੱਗਣ ਲੱਗ ਗਿਆ ਕਿ ਇਹ ਸਰਕਾਰ ਹੈ ਜਿਹੜੀ, ਇਹ ਵੀ ਜਾਂ ਤਾਂ ਗੁੰਡਿਆਂ ਤੋਂ ਡਰ ਗਈ ਹੈ ਜਾਂ ਗੁੰਡਿਆਂ ਦੇ ਨਾਲ ਰਲ ਗਈ ਹੈ। ਦੋ ਹੀ ਇਮੇਜ ਬਣਦੇ ਨੇ। ਸੋ ਮੋਟੇ ਰੂਪ 'ਚ ਆਪਾਂ ਇਹ ਕਹੀਏ, ਹੁਣ ਜਿਹੜੇ ਮੈਂ 4-5 ਫੈਕਟਰ ਕਹੇ ਨੇ, ਕੁਝ ਫੈਕਟਰ ਉਹਨਾਂ ਦੇ ਵਿਰੁੱਧ 'ਚ ਜਾ ਰਹੇ ਨੇ, ਜਿਹੜੇ ਫੈਕਟਰ ਉਹਨਾਂ ਦੇ ਹੱਕ 'ਚ ਸੀ ਉਹ ਉਹਨਾਂ ਦੇ ਹੱਕ 'ਚ ਨਹੀਂ ਰਹੇ। ਇੱਕ ਜਿਹੜਾ ਫੈਕਟਰ ਸਭ ਤੋਂ ਵੱਡਾ ਬੀਜੇਪੀ ਦੇ ਵਿੱਚ ਹੱਕ 'ਚ ਚੱਲਿਆ, ਜੋਗੀ ਵੇਲੇ ਵੀ ਮੋਦੀ ਵੇਲੇ ਵੀ, ਮਤਲਬ ਪਾਰਲੀਮੈਂਟ ਵੇਲੇ ਵੀ ਅਸੈਂਬਲੀ ਵੇਲੇ ਵੀ, ਉਹ ਸੀ ਪੋਲਰਾਈਜੇਸ਼ਨ। ਕਿ ਉਹਨਾਂ ਨੇ ਇੱਕ ਬਹੁਤ ਵੱਡਾ ਡਰ ਪੈਦਾ ਕੀਤਾ। ਇੱਥੋਂ ਤੱਕ ਵੀ ਗੱਲਾਂ ਕਹੀਆਂ ਜਿਹੜੀਆਂ ਸੰਵਿਧਾਨਕ ਤੌਰ ਤੇ ਕਹਿਣੀਆਂ ਠੀਕ ਨਹੀਂ, ਕਿ ਜੀ ਅਗਰ ਮੁਸਲਮਾਨਾਂ ਕੋਲ ਤਾਕਤ ਆ ਗਈ ਤਾਂ ਉਹ ਹਿੰਦੂਆਂ ਦੀਆਂ ਕੁੜੀਆਂ ਦਾ ਰੇਪ ਕਰਨਗੇ। ਮੈਂ ਇਹ ਸ਼ਬਦ ਦੀ ਨਿੰਦਾ ਕਰਦਾ, ਇੱਦਾਂ ਦੀ ਕਦੇ ਮੇਰੀ ਭਾਵਨਾ ਨਹੀਂ, ਮੈਂ ਇੱਦਾਂ ਦੇ ਸ਼ਬਦ ਨਹੀਂ ਬੋਲ ਸਕਦਾ, ਪਰ ਬੀਜੇਪੀ ਦੇ ਨੇਤਾਵਾਂ ਨੇ ਇੱਦਾਂ ਦੇ ਸ਼ਬਦ ਕਹੇ। ਹੁਣ ਉਸ ਦੇ ਵਿੱਚ ਇਹ ਸੀ ਕਿ ਹਿੰਦੂ ਕਮਿਊਨਿਟੀ ਜਿਹੜੀ ਬਹੁ ਗਿਣਤੀ 'ਚ ਹੈ, ਉਹਨਾਂ ਨੂੰ ਡਰਾਇਆ ਗਿਆ ਕਿ ਤੁਹਾਡੇ ਨਾਲ ਬਹੁਤ ਧੱਕਾ ਹੋਏਗਾ ਜੇ ਇਹ ਜਿੱਤ ਗਏ। ਉਹ ਡਰ 'ਚੋਂ ਪੋਲਰਾਈਜੇਸ਼ਨ ਹੋ ਗਈ। ਲੇਕਿਨ ਕਿਸਾਨੀ ਅੰਦੋਲਨ ਨੇ ਇਹਦੇ ਉਲਟ ਵਰਕ ਕੀਤਾ। ਕਿਸਾਨੀ ਅੰਦੋਲਨ ਨੇ ਹਰ ਹਰ ਮਹਾਦੇਵ, ਅੱਲਾਹੂ ਅਕਬਰ ਦਾ ਜਿਹੜਾ ਨਾਰਾ ਇਕੱਠਾ ਕੀਤਾ, ਉਹਦੇ ਨਾਲ ਜਿਹੜਾ ਉਹ ਡਰ ਸੀ ਉਹ ਉਹਨਾਂ ਦਾ ਚੱਕਿਆ ਗਿਆ। ਤੇ ਇਸ ਕਰਕੇ ਜਿਹੜਾ ਜੋਗੀ ਜੀ ਜਿਹੜੀ ਪ੍ਰਤੀਨਿਧਤਾ ਕਰਦੇ ਨੇ ਉੱਥੇ ਕਿਸੇ ਦੀ, ਉਹ ਪ੍ਰਤੀਨਿਧਤਾ ਕਰਤੇ ਨੇ ਜਿਹੜਾ ਰਾਜਪੂਤ ਪਰਿਵਾਰ ਨੇ। ਮੈਂ ਤੁਹਾਨੂੰ ਇਹ ਗੱਲ ਸਾਫ਼ ਕਰਦਾ, ਸ਼ਾਇਦ ਸਾਰੇ ਸਰੋਤਿਆਂ ਨੂੰ ਨਾ ਪਤਾ ਹੋਵੇ, ਮੇਰੀ ਜਾਣਕਾਰੀ ਮੁਤਾਬਕ ਜਿਹੜਾ ਉੱਤਰੀ ਭਾਰਤ 'ਚ 2 ਸਟੇਟਾਂ ਨੇ ਜਿਹੜੀਆਂ, ਪੰਜਾਬ ਤੇ ਹਰਿਆਣਾ, ਜਿੱਥੇ ਜੱਟ ਜਿਹੜਾ ਹੈ, ਜਿਹਨੂੰ ਅਸੀਂ ਕਿਸਾਨ ਕਹਿ ਲਓ ਜਾਂ ਜੱਟ ਕਹਿ ਲਓ, ਇਹ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਕੀ ਪੋਜੀਸ਼ਨ ਹੈ ਉਹ ਵੱਖਰਾ ਐਨਾਲਿਸਿਸ ਹੈ। ਸਮਾਜਿਕ ਤੌਰ ਤੇ ਇੱਥੇ ਸਭ ਤੋਂ ਉੱਚੀ ਜਾਤ ਇਹ ਹੈ। ਪਰ ਯੂਪੀ ਦੇ ਵਿੱਚ ਸਭ ਤੋਂ ਉੱਚੀ ਜਾਤ ਜਦੋਂ ਆਪਾਂ ਕਰਦੇ ਹਾਂ, ਉੱਥੇ ਉੱਚੀ ਜਾਤ ਬ੍ਰਾਹਮਣ ਤੇ ਰਾਜਪੂਤ ਨੇ। ਜਿਹਨੂੰ ਤੁਸੀਂ ਜੱਟ ਕਹਿੰਦੇ ਹੋ ਨਾ, ਉੱਥੇ ਵੀ ਜਾਟ ਹੈ ਜਿਹੜਾ, ਉਹ ਤੀਸਰੇ ਨੰਬਰ ਦੀ ਮਤਲਬ ਕਾਸਟ ਆਉਂਦਾ ਹੈ। ਸੋ ਇਸ ਕਰਕੇ ਕਿਸਾਨੀ ਹੈ ਜਿਹੜੀ, ਉੱਥੇ ਜ਼ਿਆਦਾਤਰ ਰਾਜਪੂਤ ਕਿਸਾਨੀ 'ਚ ਹੈ। ਚੰਗੀਆਂ ਜ਼ਮੀਨਾਂ ਦੇ ਮਾਲਕ ਰਾਜਪੂਤ ਨੇ ਯੂਪੀ 'ਚ, ਰਾਜਸਥਾਨ 'ਚ, ਮੱਧ ਪ੍ਰਦੇਸ਼ 'ਚ, ਇਹਨਾਂ ਸਟੇਟਾਂ 'ਚ। ਈਵਨ ਮਤਲਬ ਰਾਜਪੂਤ ਨੇ ਜਿਹੜੇ ਨਾ ਹਿਮਾਚਲ ਤੇ ਉੱਤਰਾਖੰਡ 'ਚ ਵੀ ਭਾਰੂ ਨੇ ਸਮਾਜਿਕ ਤੌਰ ਤੇ। ਬਾਕੀ ਕੀ ਕਿੱਥੇ ਆ ਉਹ ਇੱਕ ਵੱਖਰਾ ਵਿਸ਼ਾ ਹੈ। ਹੁਣ ਇਸ ਦੇ ਨਾਲ ਕੀ ਹੋਇਆ ਕਿ ਬੀਜੇਪੀ ਨੂੰ ਕਿਸੇ ਜ਼ਮਾਨੇ 'ਚ ਬੀਜੇਪੀ ਆਪਣਾ ਇਮੇਜ ਬਣਾਉਣਾ ਚਾਹੁੰਦੀ ਸੀ ਕਿ ਅਸੀਂ ਬ੍ਰਾਹਮਣਾਂ ਨੂੰ ਅੱਗੇ ਲਾ ਕੇ, ਜਿਹੜੀ ਉਹ ਮੈਡਮ ਰੀਟਾ ਬਹੁਗੁਣਾ ਜੋਸ਼ੀ ਸੀ ਨਾ, ਉਹਨੂੰ ਤਾਂ ਲਿਆਂਦਾ। ਉਸ ਤੋਂ ਬਾਅਦ ਕਾਂਗਰਸ ਤੋਂ ਜਤਿੰਦਰ ਪ੍ਰਸਾਦ ਨੂੰ ਇਹਨਾਂ ਨੇ ਆਪਦੇ 'ਚ ਲੈ ਕੇ ਗਏ, ਉਹਨੂੰ ਤਾਂ ਲੈ ਕੇ ਗਏ ਕਿ ਬ੍ਰਾਹਮਣਾਂ ਨੂੰ ਅਸੀਂ ਇਮੇਜ ਕਰੀਏ। ਲੇਕਿਨ ਟੋਨੀ ਮਿਸ਼ਰਾ ਦੀ ਘਟਨਾ ਨੇ ਇੱਕ ਬੀਜੇਪੀ ਨੂੰ ਇੱਕ ਕਸੂਤੀ ਸਥਿਤੀ 'ਚ ਲਿਆ ਕੇ ਖੜਾ ਕੀਤਾ ਕਿ ਜੇ ਤਾਂ ਬੀਜੇਪੀ ਭਾਵੇਂ ਖੜੀ ਹੈ ਓਪਨਲੀ ਉਹਦੇ ਨਾਲ, ਪਰ ਦੂਜਿਆਂ ਕੋਲੋਂ ਇੰਨੀ ਆਲੋਚਨਾ ਹੋ ਰਹੀ ਹੈ ਵੀ ਮਿਸ਼ਰਾ ਜੀ ਬ੍ਰਾਹਮਣ ਪੰਡਤ ਹੁੰਦੇ ਨੇ ਕਿ ਜੇ ਬ੍ਰਾਹਮਣਾਂ ਦੀ ਐਡੀ ਚੜ੍ਹਾਈ ਹੈ ਜਿਹਨੂੰ ਮਰਜ਼ੀ ਲਤਾੜ ਦੇਣਗੇ, ਇਹ ਨਹੀਂ ਬਖਸ਼ਿਆ ਜਾਏਗਾ। ਔਰ ਮੈਨੂੰ ਇਹ ਲੱਗ ਰਿਹਾ ਹੈ ਕਿ ਯੋਗੀ ਜੀ ਨੇ ਉਸੇ ਪੋਜੀਸ਼ਨ 'ਚ ਆਪਣਾ ਜਿਹੜਾ ਰਾਜਪੂਤ ਵੋਟ, ਠਾਕਰ ਵੋਟ ਆਪਦੇ ਨਾਲ ਰੱਖਣ ਲਈ ਉਹਨਾਂ ਨੂੰ ਕਾਰਵਾਈ ਕਰਨੀ ਪਈ, ਨਹੀਂ ਸ਼ਾਇਦ ਉਹ ਕਾਰਵਾਈ ਨਾ ਕਰਦੇ। ਔਰ ਇਸ ਗੱਲ ਤੇ ਜੋ ਪੇਪਰਾਂ 'ਚੋਂ ਪੜ੍ਹਿਆ ਕਿ ਕੇਂਦਰ ਲੀਡਰਸ਼ਿਪ ਹੈ ਜਿਹੜੀ ਬੀਜੇਪੀ ਦੀ, ਤੇ ਸਟੇਟ ਲੀਡਰਸ਼ਿਪ ਹੈ ਜਿਹਦੇ ਵਿੱਚ ਜੋਗੀ ਹੈ, ਇਹਨਾਂ ਵਿੱਚ ਵੀ ਕੋਈ ਵੱਡੇ ਮਤਭੇਦ ਨੇ। ਮਤਭੇਦ ਇਸ ਤਰ੍ਹਾਂ ਦੇ ਨੇ ਕਿ ਪਿਛਲੇ ਸਮੇਂ 'ਚ ਖਬਰ ਆਈ ਸੀ ਕਿ ਜੋਗੀ ਨੂੰ ਐਜ਼ ਸੀਐਮ ਬਦਲ ਦਿੱਤਾ ਜਾਵੇ। ਹੁਣ ਇਹਨਾਂ ਨੂੰ ਇਹ ਪੋਜੀਸ਼ਨ ਆ ਗਈ ਬੀਜੇਪੀ ਦੀ ਕਿ ਨਹੀਂ, ਜੋਗੀ ਨੂੰ ਬਦਲਣ ਦੀ ਬਜਾਏ ਜੋਗੀ ਨੂੰ ਅਹਿਸਾਸ ਕਰਾਇਆ ਜਾਵੇ ਵੀ ਹੁਣ ਅਸੀਂ ਤੇ ਤੈਨੂੰ ਅੱਗੇ ਨੂੰ ਵੀ ਨਹੀਂ ਬਦਲਣਾ, ਅੱਗੇ ਨੂੰ ਵੀ ਸਾਰੀ ਪਾਰਟੀ ਨੂੰ ਤੁਸੀਂ ਲੀਡ ਕਰੋਗੇ, ਤਾਂ ਕਿ ਪਾਰਟੀ ਨੂੰ ਇੱਕ ਮੁੱਠ ਰੱਖਦੇ ਹੋਏ ਫੇਰ ਜਿੱਤ ਵੱਲ ਲੈ ਕੇ ਜਾਈਏ। ਸੋ ਜਿਹੜੇ ਇਹ ਫੈਕਟਰ ਨੇ, ਜਦੋਂ ਇਹਨਾਂ ਦਾ ਐਨਾਲਿਸਿਸ ਕਰਦੇ ਆ, ਅਦਰਵਾਈਜ਼ ਜਿਸ ਕਿਸਮ ਨਾਲ ਜੋਗੀ ਜੀ ਦਾ ਰੁਤਬਾ ਕੱਦ ਵਧਿਆ ਉਹ ਇਸ ਕਰਕੇ ਵਧਿਆ ਹੈ ਕਿ ਜਿਹੜਾ ਬੀਜੇਪੀ ਦਾ ਪੈਂਤੜ ਹੈ ਕਿ ਮੁਸਲਮਾਨਾਂ ਖਿਲਾਫ ਉਹ ਇੱਕ ਮਾਈਨੋਰਿਟੀ ਕਮਿਊਨਿਟੀ ਖਿਲਾਫ ਅੱਗ ਉਗਲੀ ਜਾਵੇ,
ਤਾਂ ਕਿ ਹਿੰਦੂਆਂ ਨੂੰ ਡਰਾਇਆ ਜਾਵੇ, ਹਿੰਦੂ ਕਮਿਊਨਿਟੀ ਨੂੰ ਆਪਦੇ ਵੱਲ ਖਿੱਚਿਆ ਜਾਵੇ। ਉਹਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਅੱਜ ਦੀ ਘੜੀ, ਕਿਸੇ ਜ਼ਮਾਨੇ 'ਚ ਗੋਧਰਾ ਕਾਂਡ 'ਚ ਮੋਦੀ ਜੀ ਦਾ ਇਮੇਜ ਬਣਿਆ ਸੀ, ਪਰ ਅੱਜ ਦੀ ਘੜੀ ਉਹ ਇਮੇਜ ਜੋਗੀ ਜੀ ਦਾ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ, ਜਿਹਦੇ ਵਿੱਚ ਅਮਿਤ ਸ਼ਾਹ ਜੀ ਤੇ ਮੋਦੀ ਜੀ ਨੇ, ਹੋਰ ਤਾਂ ਕੋਈ ਲੀਡਰਸ਼ਿਪ ਰਹੀ ਨਹੀਂ, ਹੁਣ ਤਾਂ ਉਹ ਦੋਨੇ ਲੀਡਰ ਰਹਿ ਗਏ। ਮੇਰਾ ਖਿਆਲ ਹੈ ਵੀ ਉਹ ਇਹ ਅਫੋਰਡ ਨਹੀਂ ਕਰ ਸਕਦੇ, ਉਹ ਇਹ ਸਹਿਣ ਨਹੀਂ ਕਰ ਸਕਦੇ ਕਿ ਜੋਗੀ ਨੂੰ ਲਾਂਭੇ ਕਰਕੇ, ਉਹ ਚਾਹੁਣ ਜਾਂ ਨਾ ਚਾਹੁਣ, ਚਾਹੁੰਦੇ ਵੀ ਨਹੀਂ ਹੋਣਗੇ, ਕਿਉਂਕਿ ਉਹ ਨਹੀਂ ਚਾਹੁੰਗੇ ਕੋਈ ਹੋਰ ਨੇਤਾ ਜਿਹੜਾ ਉਹ ਵੱਡਾ ਤਾਕਤਵਰ ਬਣੇ। ਪਰ ਉਹਦੇ ਬਾਵਜੂਦ ਮੈਨੂੰ ਲੱਗ ਰਿਹਾ ਹੈ ਕਿ ਜੋਗੀ ਜੀ ਹੁਣ ਪਾਸੇ ਨਹੀਂ ਹੋਣਗੇ। ਵਿੱਚ ਪ੍ਰਚਾਰ ਕੀਤਾ ਜਾਂਦਾ ਹੈ, ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਜਿਹੜਾ ਜੋਗੀ ਜੀ ਨੇ, ਬੇਸਿਕਲੀ ਜਿਹੜਾ ਜੋਗੀ ਤਬਕਾ ਹੈ, ਉਹਨੂੰ ਕਈ ਵਾਰੀ ਜਾਣਬੁੱਝ ਕੇ ਬੀਜੇਪੀ ਦੇ ਵਿੱਚੋਂ, RSS ਦੇ ਵਿੱਚੋਂ ਇੱਕ ਪ੍ਰਚਾਰ ਜਿਹੜੇ ਵਿਰੋਧੀ ਲੋਕ ਨੇ ਉਹ ਇਹ ਕਰਦੇ ਨੇ ਕਿ ਜੋਗੀ ਤਾਂ ਹਿੰਦੂ ਹੀ ਨਹੀਂ ਹੁੰਦੇ। ਇਹ ਵੀ ਪ੍ਰਚਾਰ ਹੁੰਦਾ ਹੈ, ਇਹ ਪ੍ਰਚਾਰ ਉਹਨੂੰ ਕੱਟਣ ਲਈ ਹੁੰਦਾ ਹੈ। ਇਹਦੇ ਵਿੱਚ ਮੋਟੇ ਰੂਪ 'ਚ ਸਮਝ ਆਉਂਦੀ ਹੈ ਕਿ ਦਲੀਲ ਜਿਹੜੀ ਮਰਜ਼ੀ ਦਿੱਤੀ ਜਾਵੇ, ਉੱਥੇ ਜੋਗੀ ਧੜੇ ਦਾ ਤੇ ਅਮਿਤ ਸ਼ਾਹ ਮੋਦੀ ਧੜੇ ਦਾ ਆਪਸ ਵਿੱਚ ਕੁਝ ਗੜਬੜ ਹੈ, ਸਾਰਾ ਕੁਝ ਠੀਕ ਨਹੀਂ ਹੈ। ਪਹਿਲਾਂ ਵੀ ਕੇਂਦਰ ਨੇ ਕੁਝ ਨਾਮ ਸੁਜੈਸਟ ਕੀਤੇ ਸੀ। ਹਾਂ ਤੇ ਯੋਗੀ ਆਦਿੱਤਿਆਨਾਥ ਨੂੰ ਜਵਾਬ ਦਿੱਤਾ ਸੀ ਕਿ ਹਜੇ ਸਾਨੂੰ ਲੋੜ ਨਹੀਂ ਹੈ, ਜੇਕਰ ਲੋੜ ਹੋਊਗੀ ਬੰਦਿਆਂ ਨੂੰ ਹੀ ਕੇਂਦਰ ਨੇ ਸੁਜੈਸਟ ਕੀਤੇ ਸੀ, ਤੇ ਜੇ ਜੇਕਰ ਲੋੜ ਹੋਊਗੀ, ਕੇਂਦਰ ਨੂੰ ਕਿਹਾ ਯੋਗੀ ਨੇ, ਜੇਕਰ ਲੋੜ ਹੋਊਗੀ ਅਸੀਂ ਦੱਸ ਦਾਂਗੇ। ਯਾਨੀ ਕਿ ਨਕਾਰ ਤੇ ਇੱਕ ਸ਼ਰਮਾ ਜੀ IAS ਭੇਜਿਆ ਸੀ, ਉਹਨੂੰ ਇੱਥੋਂ ਤੱਕ ਕਿਹਾ ਸੀ ਕਿ ਇਹਨੂੰ ਡਿਪਟੀ CM ਬਣਾਓ, ਲੇਕਿਨ ਯੋਗੀ ਨੇ ਨਹੀਂ ਮੰਨੀ। ਉਹ ਨਕਾਰ ਤੇ, ਮਤਲਬ ਨਕਾਰ ਤੇ। ਉਹਦਾ ਕਾਰਨ ਇਹ ਹੈ ਕਿ ਯੋਗੀ ਇਹ ਚਾਹੁੰਦਾ ਹੈ ਕਿ ਮੈਂ ਕਿਸੇ ਨੂੰ ਮੇਰੇ ਬਰਾਬਰ ਪਾਵਰਫੁਲ ਨਹੀਂ ਬਣਨ ਦੇਣਾ। ਤੇ ਸੈਂਟਰਲ ਲੀਡਰਸ਼ਿਪ ਅਮਿਤ ਸ਼ਾਹ ਤੇ ਮੋਦੀ ਜੀ ਇਹ ਚਾਹੁੰਦੇ ਨੇ ਕਿ ਜੋਗੀ ਜੀ ਦੇ ਬਰਾਬਰ ਯੂਪੀ 'ਚ ਨੇਤਾ ਖੜੇ ਰਹਿਣ, ਇਕੱਲਾ ਨੇਤਾ ਨਾ ਬਣ ਜੇ, ਤਾਂ ਕਿ ਕੱਲ ਨੂੰ ਸਾਨੂੰ ਜਿਹੜਾ ਅੱਖਾਂ ਦਿਖਾਵੇ। ਕਿਉਂਕਿ RSS ਵੀ ਪ੍ਰਮੋਟ ਕਰ ਰਹੀ ਹੈ ਨਾ ਆਦਿੱਤਿਆਨਾਥ ਯੋਗੀ ਨੂੰ। ਉਹ ਪ੍ਰਮੋਟ ਜਿਹੜੀ ਕਰ ਰਹੀ ਹੈ, ਮੈਂ ਤੁਹਾਨੂੰ ਉਹੀ ਕਹਿਣਾ ਕਿ ਜਿਹੜੇ ਆਪਾਂ ਫੈਕਟਰ ਐਨਾਲਿਸਿਸ ਕਰਦੇ ਨੇ, ਇਹ ਫੈਕਟਰ ਮਜਬੂਰ ਕਰਦੇ ਨੇ ਸਾਰੀ ਬੀਜੇਪੀ ਨੂੰ ਕਿ ਜੋਗੀ ਨੂੰ ਹੀ ਰੱਖਿਆ ਜਾਵੇ, ਨਹੀਂ ਹਿੱਲ ਜੂਗਾ ਸਾਰਾ ਕੁਝ, ਹਿੱਲ ਜੂਗਾ। ਬਿਲਕੁਲ ਸਮਝ ਗਏ ਨਾ। ਜਿਹੜਾ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਉਹਨਾਂ ਦਾ ਇੱਕੋ ਹੀ ਪੈਂਤੜਾ ਹੈ ਕਿ ਧਰੂਵੀਕਰਨ ਜਿਹੜਾ ਵੋਟ ਦਾ ਕੀਤਾ ਜਾਵੇ, ਉਹ ਧਰੂਵੀਕਰਨ ਕਰਨ ਦੇ ਵਿੱਚ ਜਿਹੜੀ ਜੋਗੀ ਦੀ ਛਵੀ ਹੈ ਉਹ ਹਾਲੇ ਤੱਕ ਨੰਬਰ 1 ਹੈ। ਸੋ ਇਸ ਕਰਕੇ ਉਹ ਜਿਹੜਾ ਉਹਨਾਂ ਨੂੰ ਸੂਟ ਕਰਦਾ, ਇਸ ਕਰਕੇ ਇਹਦਾ ਅਰਥ ਇਹ ਕੱਢਣਾ ਕਿ ਜੋਗੀ ਜੀ ਹੀ ਮੁੱਖ ਮੰਤਰੀ ਰਹਿਣਗੇ, ਇੰਨੇ ਨਾਲ ਸਰਦਾ ਨਹੀਂ। ਜੋਗੀ ਜੀ ਦੀ ਤਸੱਲੀ ਤਾਂ ਹੁੰਦੀ ਹੈ ਕਿ ਜੇਕਰ ਉਹ ਪਹਿਲਾਂ ਅਨਾਉਂਸ ਕਰਨ ਕਿ ਸਾਡਾ ਅਗਲਾ ਮੁੱਖ ਮੰਤਰੀ ਵੀ ਜੋਗੀ ਹੋਏਗਾ, ਇਹਦੀ ਅਗਵਾਈ 'ਚ ਹੀ ਅਸੀਂ ਇਲੈਕਸ਼ਨ ਲੜਾਂਗੇ। ਔਰ ਇਹ ਮੇਰੇ ਖਿਆਲ ਮੁਤਾਬਕ ਇਹ ਹੋਏਗਾ ਯੂਪੀ 'ਚ ਹੀ, ਕਿਉਂਕਿ ਪਹਿਲਾਂ ਜਿਹੜਾ ਮੁੱਖ ਮੰਤਰੀ ਜਦੋਂ ਜੋਗੀ ਜੀ ਨੂੰ ਪਹਿਲੀ ਵਾਰੀ ਬਣਾਇਆ ਨਾ, ਉਦੋਂ ਉਹ ਅਨਾਉਂਸ ਕਰਕੇ ਨਹੀਂ ਸੀ ਬਣਾਇਆ। ਪਰ ਹੁਣ ਮੈਨੂੰ ਲੱਗ ਰਿਹਾ ਕਿ ਇਸ ਗੱਲ ਤੇ ਜੋਗੀ ਅੜਨਗੇ, ਡਟਣਗੇ, ਔਰ ਮਜਬੂਰੀ ਬਸ ਬੀਜੇਪੀ ਨੂੰ ਉਹਨੂੰ ਮੁੱਖ ਮੰਤਰੀ ਡਿਕਲੇਅਰ ਕਰਨਾ ਪਏਗਾ। ਉਹਦੇ ਬਾਵਜੂਦ ਵੀ ਬੀਜੇਪੀ ਜਿੱਤ ਪਾਏਗੀ ਨਹੀਂ ਜਿੱਤ ਪਾਏਗੀ, ਉਹ ਹਾਲੇ ਕੁਐਸਚਨ ਮਾਰਕ ਹੈ, ਇੰਨਾ ਸੌਖਾ ਨਹੀਂ। ਧਾਲੀਵਾਲ ਸਾਹਿਬ ਇੱਕ ਗੱਲ ਇਹ ਵੀ ਹੈ, ਮੈਂ ਵੀ ਹੁਣ ਪਿਛਲੇ ਦਿਨੀ ਕਿਸਾਨੀ ਅੰਦੋਲਨ ਕਰਕੇ ਉੱਥੇ ਕਾਫੀ ਵਾਰੀ ਉਹ ਯੂਪੀ ਦਾ ਜਾਣ ਦਾ ਸਬੱਬ ਬਣਿਆ। ਉੱਥੇ ਜੋ ਮੁਸਲਮਾਨ ਵੋਟਰ ਨੇ ਉਹ ਖਿਲਾਫ ਹੈ ਬੀਜੇਪੀ ਦੇ, ਤੇ ਇੱਕ ਜੋ ਜਾਟ ਵੋਟਰ ਹੈ ਉਹ ਵੀ ਖਿਲਾਫ ਹੈ ਬੀਜੇਪੀ ਦੇ, ਤੇ 12% ਠਾਕੁਰਾਂ ਦੀ ਵੋਟ ਹੈ ਉੱਥੇ। ਯੋਗੀ ਆਦਿੱਤਿਆਨਾਥ ਉਸ ਸ਼੍ਰੇਣੀ ਨਾਲ ਸੰਬੰਧਿਤ ਹੈ। ਕਹਿਣ ਦਾ ਭਾਵ ਹੈ ਕਿ ਮੁਸਲਮਾਨ ਤੇ ਜਾਟ ਵੋਟਰ ਬੜੇ ਵੱਡੇ ਪੱਧਰ ਉੱਤੇ ਖਿਲਾਫ ਹੈ ਬੀਜੇਪੀ ਦੇ ਯੂਪੀ ਦੇ ਵਿੱਚ। ਦੇਖੋ, ਪਹਿਲੀ ਗੱਲ ਤਾਂ ਮੈਂ ਬਾਰ-ਬਾਰ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕਰਦਾ ਕਿ ਯੂਪੀ ਦੇ ਵਿੱਚ ਮੋਟੇ ਰੂਪ 'ਚ 30 ਤੋਂ 33-34% ਵੋਟ ਹੀ ਹੈ ਬੀਜੇਪੀ ਦੀ, ਇਸ ਤੋਂ ਵੱਧ ਵੋਟ ਨਹੀਂ। ਉਹ ਉਦੋਂ ਹੈ ਜਦੋਂ ਪੀਕ ਤੇ ਸੀ ਯੂਪੀ, ਪੀਕ ਤੇ ਸੀ। ਬਿਲਕੁਲ, ਯੂਪੀ ਦੇ ਵਿੱਚ ਜਦੋਂ ਬੀਜੇਪੀ ਪੀਕ ਤੇ ਸੀ। ਹੁਣ ਉਹ ਪੀਕ ਉਸ ਤੋਂ ਥੱਲੇ ਆਈ ਹੈ। ਜੇ ਹੁਣ ਆਪਾਂ ਉਹਨੂੰ ਉਹ 'ਚ 5-7% ਦਾ ਖੋਰਾ ਲਾਈਏ ਤਾਂ ਉਹ ਹੋਰ ਘਟੂਗੀ। ਪਰੰਤੂ ਬੀਜੇਪੀ ਦੇ ਫਾਇਦੇ 'ਚ ਇੱਕੋ ਹੀ ਗੱਲ ਜਾਂਦੀ ਹੈ ਕਿ ਇਸ ਖਿੱਤੇ ਦੇ ਵਿੱਚ ਜਿਹੜੀ ਵੋਟ ਹੈ ਉਹ ਵੋਟ ਵੰਡੀ ਹੋਈ ਹੈ। ਜੋ ਪੈਂਤੜਾ ਕਿਸਾਨ ਨੇਤਾਵਾਂ ਨੇ ਲਿਆ, ਜੇ ਇਹਨਾਂ ਨੇ ਇਹੀ ਪੈਂਤੜਾ ਲੈ ਕੇ ਰੱਖਿਆ, ਠੀਕ ਹੈ ਨਾ ਜੀ, ਉਹ ਭਾਵੇਂ ਜ਼ਰੂਰੀ ਨਹੀਂ ਹੈਗਾ, ਜੇਕਰ ਉਹ ਇੱਕੋ ਹੀ ਪੈਂਤੜਾ ਲੈਂਦਾ ਹੈ ਕਿਸਾਨ ਨੇਤਾ, ਕਿਸਾਨ ਲੀਡਰਸ਼ਿਪ ਯੂਪੀ 'ਚ ਕਿ ਬੀਜੇਪੀ ਨੂੰ ਹਰਾਣਾ ਹੈ, ਫਿਰ ਮੈਨੂੰ ਲੱਗਦਾ ਹੈ ਕਿ ਜਿਹੜਾ ਪੈਂਤੜਾ ਕਿਸੇ ਸਮੇਂ ਮੁਸਲਮਾਨ ਵੋਟਰ ਤੇ ਦੋਸ਼ ਲੱਗਦਾ ਹੈ, ਦੋਸ਼ ਲੱਗਦਾ ਹੈ, ਕਿਸੇ ਹੱਦ ਤੱਕ ਸੱਚ ਹੈ ਕਿ ਮੁਸਲਿਮ ਵੋਟਰ
ਜਿਹੜਾ ਤੁਸੀਂ ਕਹਿੰਦੇ ਹੋ ਨਾ ਮੁਸਲਿਮ ਵੋਟਰ ਬੀਜੇਪੀ ਦੇ ਖਿਲਾਫ ਹੈ, ਇਸ ਤਰ੍ਹਾਂ ਦੀ ਗੱਲ ਨਹੀਂ, ਇਹ ਗਲਤ ਹੈ। ਬੀਜੇਪੀ ਮੁਸਲਿਮ ਦੇ ਖਿਲਾਫ ਹੈ। ਜਦੋਂ ਬੀਜੇਪੀ ਨਾ ਤਾਂ ਕਿਸੇ ਮੁਸਲਿਮ ਨੂੰ ਟਿਕਟ ਦਿੰਦੀ ਹੈ, ਨਾ ਉਹਨੂੰ ਐਂਟਰ ਕਰਨ ਦਿੰਦੀ ਹੈ, ਆਪਾਂ ਐਵੇਂ ਦੂਜਿਆਂ ਨੂੰ ਕਹੀ ਜਾਈਏ ਕਿ ਉਹ ਇਹਨਾਂ ਦੇ ਖਿਲਾਫ ਹੈ, ਨਹੀਂ। ਬੀਜੇਪੀ ਦਾ ਇੱਕ ਪੈਂਤੜ ਹੈ ਕਿ ਮੁਸਲਮਾਨ ਦੇ ਖਿਲਾਫ ਜਿੰਨੀ ਅੱਗ ਉਗਲੀ ਜਾਂਦੀ ਆ ਉਗਲੋ, ਤਾਂ ਕਿ ਸਾਨੂੰ ਹਿੰਦੂ ਵੋਟ ਉਹ ਆ ਜਾਏਗਾ। ਇਸ ਅਵਸਥਾ ਚੋਂ ਜਦੋਂ ਇਹਨਾਂ ਨੂੰ ਡਰਾਇਆ ਗਿਆ ਤਾਂ ਆਟੋਮੈਟਿਕਲੀ ਮੁਸਲਿਮ ਵੋਟ ਤੋਂ ਤਾਂ ਵੋਟ ਹੀ ਨਹੀਂ ਮੰਗਦੇ। ਉਹ ਕਹਿੰਦੇ ਹੀ ਨਹੀਂ ਕਿ ਸਾਨੂੰ ਮੁਸਲਿਮ ਵੋਟ ਪਾਵੇ। ਬਿਲਕੁਲ ਠੀਕ ਹੈ ਕਿ ਨਹੀਂ? ਜੇ ਉਹ ਇਹ ਮੰਗਣਗੇ ਤਾਂ ਹਿੰਦੂ ਵੋਟ ਆਪਣੇ ਆਪ ਦੂਰ ਹੋ ਜਾਏਗਾ। ਇਹ ਤਾਂ ਉਹਨਾਂ ਦਾ ਪੈਂਤੜ ਹੈ। ਸੋ ਇਸ ਚੱਕਰ ਦੇ ਵਿੱਚ ਮੁਸਲਿਮ ਵੋਟ ਇੱਕ ਪੈਂਤੜਾ ਲੈਂਦਾ ਹੁੰਦਾ ਕਿ ਅਸੀਂ ਵੋਟ ਉਸ ਨੂੰ ਪਾਵਾਂਗੇ। ਐ ਨਹੀਂ ਕਿ ਉਹ ਸਮਝੌਤੇ 'ਚ ਕਿਤੇ ਬਹੁਜਨ ਸਮਾਜ ਪਾਰਟੀ ਨੂੰ ਪਾ ਦੇਣ। ਠੀਕ ਹੈ ਨਾ? MYK ਇੱਕ ਵਾਰੀ ਏਦਾਂ ਦਾ ਬਣ ਗਿਆ ਸੀ, ਇੱਕ ਯਾਦਵ ਮੁਸਲਿਮਸ ਐਂਡ ਦਲਿਤ, ਕੋਈ ਇਸ ਤਰ੍ਹਾਂ ਦੇ ਕਈ ਵਾਰੀ ਬਿਲਕੁਲ ਇਸ ਤਰ੍ਹਾਂ ਬਣ ਜਾਂਦੇ ਨੇ। ਠੀਕ ਹੈ ਕਿ ਨਹੀਂ? ਜਾਂ ਕਿਸਾਨ। ਪਰੰਤੂ ਹੁਣ ਜਿਹੜਾ ਬਣ ਰਹੀ ਹੈ ਪੋਜੀਸ਼ਨ ਉਹ ਇਹ ਰਹੂਗੀ ਕਿ ਜਿਹੜਾ ਮੁਸਲਿਮ ਵੋਟ ਹੈ ਉਹ ਪਹਿਲਾਂ ਵੀ ਹੁਣ ਵੀ ਉਹ ਉਸ ਕੈਂਡੀਡੇਟ ਨੂੰ ਪੈਂਦਾ ਹੈ ਜਿਹੜਾ ਬੀਜੇਪੀ ਨੂੰ ਸਭ ਤੋਂ ਨੇੜੇ ਟੱਕਰ ਦੇ ਰਿਹਾ ਹੋਵੇ। ਇਸ ਸੰਕਟ ਦੇ ਵਿੱਚ ਇੱਕ ਨਵੀਂ ਗੱਲ ਇਹ ਨਾ ਉੱਭਰ ਕੇ ਆ ਜਾਵੇ ਕਿ ਕਿਸਾਨ ਵੀ ਇਹੀ ਪੈਂਤੜਾ ਲੈ ਲਵੇ। ਜੇਕਰ ਕਿਸਾਨ ਸਿੱਧਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਅਲਾਇੰਸ ਨਹੀਂ ਕਰਦਾ, ਜੇਕਰ ਕਿਸਾਨ ਆਪ ਇਲੈਕਸ਼ਨਾਂ ਦੇ ਵਿੱਚ ਸਿੱਧਾ ਆਪਣੀ ਪਾਰਟੀ ਬਣਾ ਕੇ ਨਹੀਂ ਉਤਰਦਾ, ਜੇਕਰ ਕਿਸਾਨ ਇਹ ਪੈਂਤੜਾ ਲੈਂਦਾ ਹੈ ਕਿ ਅਸੀਂ ਬੀਜੇਪੀ ਨੂੰ ਹਰਾਣਾ ਹੈ, ਤਾਂ ਇਸ ਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਜਿਹੜਾ ਵੀ ਕੈਂਡੀਡੇਟ ਬੀਜੇਪੀ ਨੂੰ ਹਰਾਉਣ ਦੇ ਯੋਗ ਹੈ ਉਸ ਨੂੰ ਵੋਟ ਪਾਇਆ ਜਾਵੇ ਜੀ। ਉਹਦੇ ਨਾਲ ਉਹ ਕੈਂਡੀਡੇਟ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਦਾ ਹੋਵੇ, ਉਹ ਬਹੁਜਨ ਸਮਾਜ ਪਾਰਟੀ ਦਾ ਹੋਵੇ, ਉਹ ਕਾਂਗਰਸ ਦਾ ਹੋਵੇ, ਇਹ ਮੈਟਰ ਹੀ ਨਹੀਂ ਕਰਨਾ। ਜੇ ਇਸ ਗੱਲ ਤੇ ਕਿਸਾਨ ਵੋਟ ਇਸ ਪੈਟਰਨ ਤੇ ਪੈਂਦਾ ਹੈ ਤਾਂ ਮੈਨੂੰ ਸੰਭਾਵਨਾ ਲੱਗਦੀ ਹੈ ਕਿ ਕੱਲੀ ਡਰੀ ਨਹੀਂ ਹੋਈ ਬੀਜੇਪੀ, ਇਹ ਗੱਲ ਸੱਚ ਵੀ ਹੈ ਔਰ ਇਹ ਸੱਚ 'ਚ ਬਦਲ ਜਾਊਗੀ। ਬਸ ਇੱਕੋ ਹੀ ਗੱਲ ਮੈਂ ਤੁਹਾਨੂੰ ਕਹਿਣਾ ਕਿ ਹਾਲੇ ਇਲੈਕਸ਼ਨ ਦੇ ਵਿੱਚ 3 ਮਹੀਨੇ ਵੀ ਬਹੁਤ ਹੁੰਦੇ ਨੇ। ਜਿਹਦੇ ਹੱਥ 'ਚ ਸਰਕਾਰ ਹੁੰਦੀ ਹੈ, ਜਿਹਦੇ ਹੱਥ 'ਚ ਸਾਧਨ ਹੁੰਦੇ ਨੇ, ਪੈਸਾ ਹੁੰਦਾ ਹੈ, ਮਸ਼ੀਨਰੀ ਹੁੰਦੀ ਹੈ, ਉਹ ਬਹੁਤ ਸਾਰੇ ਪੈਂਤੜੇ ਵਰਤ ਕੇ ਉਹ ਪੈਂਤੜੇ ਚਲਾ ਲੈਂਦਾ ਹੈ। ਪਰ ਮੈਨੂੰ ਇਹ ਲੱਗ ਰਿਹਾ ਕਿ ਇਸ ਵਾਰ ਉਹ ਪੈਂਤੜੇ ਚੱਲਣੇ ਨਹੀਂ, ਕਿਉਂਕਿ ਟੀਵੀ ਤੇ ਤੁਸੀਂ ਦੇਖਿਆ ਵੱਖ-ਵੱਖ ਜਿਹੜੇ ਇੰਟਰਨੈਸ਼ਨਲ ਅਖਬਾਰਾਂ 'ਚ ਇੱਦਾਂ ਦੀਆਂ ਰਿਪੋਰਟਾਂ ਛਪੀਆਂ ਨੇ ਕਿ ਪਿਛਲੀ ਇਲੈਕਸ਼ਨ ਦੇ ਵਿੱਚ 2019 ਦੇ ਵਿੱਚ ਵੀ ਜਿਸ ਕਿਸਮ ਨਾਲ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਆਪਣੇ ਜਿਹੜੇ ਸੀਗੇ ਚੀਫ ਜੱਜ ਦੀ ਜੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਜੀ, ਔਰ ਇਸ ਤੋਂ ਬਿਨਾਂ ਜਿਹੜੇ ਵੱਖ-ਵੱਖ ਅਹੁਦਿਆਂ ਦੇ ਬੰਦੇ ਸੀ ਉਹਨਾਂ ਦੀ, ਜਿਹੜਾ ਵਿਰੋਧੀ ਪਾਰਟੀਆਂ ਦਾ ਨੇਤਾ ਸੀ ਰਾਹੁਲ ਗਾਂਧੀ ਉਹਦੀ, ਇਸ ਤੋਂ ਵੀ ਬਿਨਾਂ ਪ੍ਰਸ਼ਾਂਤ ਕਿਸ਼ੋਰ ਦੀ ਜਿਹੜਾ ਇਹਨਾਂ ਦਾ ਮੇਜਰ ਰਣਨੀਤੀ ਸੀ, ਉਹ ਅਖਬਾਰਾਂ 'ਚ ਸ਼ਾਇਦ ਤੁਸੀਂ ਵੀ ਪੜ੍ਹ ਲਿਆ ਹੋਏਗਾ, ਸਾਰੀ ਦੁਨੀਆ ਨੇ ਪੜ੍ਹ ਲਿਆ, ਇੰਟਰਨੈਸ਼ਨਲ ਅਖਬਾਰਾਂ 'ਚ ਆ ਗਿਆ। ਸਾਡਾ ਮੀਡੀਆ ਥੋੜਾ ਜਿਹਾ ਘਪਲਾ ਕਰ ਜਾਂਦਾ ਹੈ, ਉਹ 'ਚ ਆ ਗਿਆ ਕਿ ਸਾਰਿਆਂ ਦੀ ਜਸੂਸੀ ਕੀਤੀ ਗਈ ਹੈ। ਬਹੁਤ ਸੀਰੀਅਸ ਦੋਸ਼ ਲੱਗਿਆ ਉਹ ਹੁਣ ਇਹ ਹੈ ਕਿ ਹੁਣ ਉਹ ਜਿਹੜਾ ਦੋਸ਼ ਲੱਗਿਆ ਉਹ ਇਹਨਾਂ ਦਾ ਭੰਡੀ ਪ੍ਰਚਾਰ ਬੀਜੇਪੀ ਦੇ ਖਿਲਾਫ ਹੋਏਗਾ। ਕੀ ਉਸ ਤਰ੍ਹਾਂ ਦੇ ਪੈਂਤੜੇ ਇਸ ਵਾਰ ਚੱਲ ਸਕਣਗੇ ਕਿ ਨਹੀਂ ਚੱਲ ਸਕਣਗੇ ਅਫੋਰਡ? ਦੂਸਰਾ ਫਿਰ ਮੈਂ ਕਹਿਣਾ ਕਿ ਉਦੋਂ ਨਾਲੋਂ ਹੁਣ ਬੀਜੇਪੀ ਦੇ ਅੰਦਰ ਜਿਹੜੀ ਧੜੇਬੰਦੀ ਹੈ ਉਹ ਤੇਜ਼ ਹੋਈ ਹੈ। ਉਹ ਇਸ ਤਰ੍ਹਾਂ ਦੇ ਪੈਂਤੜੇ ਚੱਲਣ ਦੇਵੇਗੀ ਨਹੀਂ ਚੱਲਣ ਦੇਵੇਗੀ ਮੈਂ ਨਹੀਂ ਕਹਿ ਸਕਦਾ। ਸੋ ਇਸ ਕਰਕੇ ਜਿਹੜੇ ਅੱਜ ਦੇ ਹਾਲਾਤ ਇਹ ਦੱਸਦੇ ਨੇ, ਜਦੋਂ ਸਾਰੇ ਫੈਕਟਰ ਦਾ ਆਪਾਂ ਅਧਿਐਨ ਕਰਦੇ ਹਾਂ, ਐਨਾਲਿਸਿਸ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਉਹ 'ਚੋਂ ਸਮਝ ਆਉਂਦੀ ਹੈ ਕਿ ਬੀਜੇਪੀ ਡਰੀ ਨਹੀਂ ਹੋਈ। ਬੀਜੇਪੀ ਕੁਛ ਸੱਚ ਪਛਾਣ ਰਹੀ ਹੈ। ਉਹਨਾਂ ਨੂੰ ਇਹ ਗੱਲ ਸਮਝ ਆਈ ਹੋਈ ਹੈ। ਸਮਝ ਉਹਨੂੰ ਪਿਛਲੀ ਵਾਰੀ ਵੀ ਆਈ ਹੋਈ ਸੀ, ਪਰੰਤੂ ਪਿਛਲੀ ਵਾਰੀ ਉਹਨਾਂ ਨੇ ਉਹਦਾ ਤੋੜ ਲੱਭ ਲਿਆ ਸੀ। ਪਿਛਲੀ ਵਾਰੀ ਵੀ ਕੋਈ ਬੀਜੇਪੀ ਜੇ ਆਪਾਂ ਕਹੀਏ ਵੀ ਐ ਸੌਖੀ ਜਿੱਤ ਗਈ, ਐ ਨਹੀਂ ਜਿੱਤ ਗਈ, ਮਤਲਬ ਉਹ ਜਿਹੜਾ ਛਲ ਕਪਟ ਰਾਹੀਂ ਉਹਨਾਂ ਨੇ ਜਿਹੜਾ ਵੋਟਰ ਦਾ ਬਹਾ ਹੈ ਉਹ ਮੋੜ ਲਿਆ। ਸ਼ਾਇਦ ਇਸ ਵਾਰ ਉਹ ਬਹਾ ਨੂੰ ਮੋੜਨ 'ਚ ਕਾਮਯਾਬ ਨਾ ਹੋਣ। ਇਹ ਵਕਤ ਦੱਸੇਗਾ ਕਿ ਹੁੰਦੇ ਨੇ ਜਾਂ ਨਹੀਂ ਹੁੰਦੇ। ਸੋ ਇਹ ਜਿਹੜੇ ਫੈਕਟਰ ਨੇ ਇਹ ਆਪਦੇ ਆਪ 'ਚ ਦੱਸ ਰਹੇ ਨੇ ਕਿ ਬੀਜੇਪੀ ਗੰਭੀਰ ਸੰਕਟ 'ਚ ਹੈ।
ਕੇਂਦਰੀ ਲੀਡਰਸ਼ਿਪ ਕੋਲ ਉਹਦਾ ਤੋੜ ਹੈ ਨਹੀਂ ਹੈ, ਇਹ ਵਕਤ ਦੱਸੇਗਾ ਕਿ ਨਹੀਂ ਹੋਏਗਾ ਜੀ। ਆਪਾਂ ਇਦਾਂ ਦੀ ਗੱਲ ਕਰ ਲਵਾਂ। ਧਾਲੀਵਾਲ ਸਾਹਿਬ, ਕੱਲ ਬਾਈ ਇਲੈਕਸ਼ਨ ਸੀ, ਹਰਿਆਣਾ ਦੀ ਵੀ ਸੀ, ਅੱਜ ਹੈ ਨਹੀਂ, ਇਹ ਪ੍ਰੋਗਰਾਮ ਆਪਣਾ ਕੱਲ ਚੱਲਣਾ ਜੀ ਸਵੇਰੇ ਨਾ। ਅੱਛਾ, ਆਪਾਂ ਸਵੇਰੇ ਚੱਲੂਗਾ ਜੀ, ਫਿਰ ਆਪਾਂ ਉਹਦੇ ਸਵੇਰੇ ਮੁਤਾਬਕ ਕੱਲ ਹੋ ਜਾਊਗਾ। ਹਾਂਜੀ। ਧਾਲੀਵਾਲ ਸਾਹਿਬ, ਕੱਲ ਹਰਿਆਣਾ ਦੀ ਏਲਨਾਬਾਦ ਦੀ ਬਾਈ ਇਲੈਕਸ਼ਨ ਸੀ। ਹਾਲਾਂਕਿ ਬੀਜੇਪੀ ਦਾ ਜੋ ਕੈਂਡੀਡੇਟ ਸੀ, ਪਹਿਲਾਂ ਵੀ ਸਥਿਤੀ ਉਹਦੀ ਦੇਖਣਯੋਗ ਸੀ, ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਹੋ ਰਿਹਾ ਸੀ। ਜੋ ਇਹ ਛੋਟੀ ਇਲੈਕਸ਼ਨਾਂ ਨੇ, ਹਾਲਾਂਕਿ ਫਿਰ ਬੀਜੇਪੀ ਸਰਕਾਰ ਨੂੰ ਸਾਹਮਣੇ ਦਿਖਾਈ ਤਾਂ ਦਿੰਦਾ ਨਾ ਕਿ ਸਾਡਾ ਵਿਰੋਧ ਹੈਗਾ ਤੇ ਇਹੀ ਵਿਰੋਧ ਸਾਡਾ ਅੱਗੇ ਜਾ ਕੇ ਵਧੂਗਾ। ਇਸ ਦੇ ਵਿੱਚ ਇਹ ਹੈ, ਜਿਹੜੀ ਜਿਮਨੀ ਚੋਣ ਹੁੰਦੀ ਹੈ ਜੀ, ਜਿਮਨੀ ਚੋਣ ਦੇ ਵਿੱਚ ਹਮੇਸ਼ਾ ਹੀ ਇੱਕ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਸਰਕਾਰ ਹਮੇਸ਼ਾ ਭਾਰੂ ਰਹਿੰਦੀ ਹੈ ਜੀ। ਪਰੰਤੂ ਜੇ ਸਰਕਾਰ ਕੋਈ ਜਿਮਨੀ ਚੋਣ ਹਾਰ ਜਾਂਦੀ ਹੈ ਤਾਂ ਇਸ ਦਾ ਸਿੱਧਾ ਸੰਕੇਤ ਇਹ ਹੁੰਦਾ ਹੈ ਕਿ ਸਰਕਾਰ ਦਾ ਗ੍ਰਿਪ ਆਪਣੀ ਮਸ਼ੀਨਰੀ ਤੇ ਨਹੀਂ ਹੈਗਾ, ਸਰਕਾਰ ਦਾ ਗ੍ਰਿਪ ਆਪਣੇ ਅਫਸਰਾਂ ਤੇ ਨਹੀਂ ਹੈਗਾ, ਸਰਕਾਰ ਦਾ ਗ੍ਰਿਪ ਜਾਂ ਸਰਕਾਰ ਦਾ ਪੱਖ ਮੁਲਾਜ਼ਮਾਂ 'ਚ ਨੀਵਾਂ ਪੈ ਗਿਆ ਜੀ। ਕਿਉਂਕਿ ਜਦੋਂ ਸਰਕਾਰ ਹੁੰਦੀ ਹੈ ਨਾ, ਸਰਕਾਰ ਕੋਲ ਝਾਂਸੇ ਦੇਣ ਨੂੰ ਬਹੁਤ ਕੁਝ ਹੁੰਦਾ ਹੈ। ਜਦੋਂ ਤਾਂ ਨਵੀਂ ਇਲੈਕਸ਼ਨ ਆਉਣੀ ਹੈ, ਉਦੋਂ ਤਾਂ ਇਹ ਹੁੰਦਾ ਨਾ ਵੀ ਜੇ ਸਾਡੀ ਸਰਕਾਰ ਹੋ ਗਈ ਅਸੀਂ ਆਹ ਕਰ ਦਿਆਂਗੇ, ਜੇ ਸਾਡੀ ਸਰਕਾਰ ਹੋ ਗਈ ਅਸੀਂ ਆਹ ਫਾਇਦੇ ਦੇਵਾਂਗੇ। ਹੁਣ ਤਾਂ ਇਹ ਹੁੰਦਾ ਕਿ ਸਰਕਾਰ ਤੁਹਾਡੀ ਹੈ, ਦੱਸੋ ਤੁਸੀਂ ਕੀ ਦਿਓਗੇ। ਬਿਲਕੁਲ ਠੀਕ ਹੈ ਕਿ ਨਹੀਂ। ਜਿਮਨੀ ਚੋਣ 'ਚ ਦੂਸਰਾ ਐਸਾ ਹੁੰਦਾ ਕਿ ਸਰਕਾਰ ਨੂੰ ਵੀ ਇਹ ਹੁੰਦਾ ਹੈ ਕਿ ਜੇ ਅਸੀਂ ਚੋਣ ਹਾਰਦੇ ਹਾਂ ਤਾਂ ਸਾਡੀ ਬੇਇੱਜ਼ਤੀ ਬਹੁਤ ਹੈ। ਜੇ ਤੁਹਾਡੀ ਯਾਦ ਹੋਵੇ, ਪੰਜਾਬ ਦੇ ਵਿੱਚ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਸੀ, ਬੇਅੰਤ ਸਿੰਘ ਵੇਲੇ ਬਾਈਕਾਟ ਹੋਇਆ, ਥੋੜੀਆਂ ਜਿਹੀਆਂ ਵੋਟਾਂ ਨਾਲ ਉਹਨਾਂ ਦੀ ਸਰਕਾਰ ਬਣ ਗਈ। ਪਰ ਜਦੋਂ ਜਿਮਨੀ ਚੋਣ ਆਈ, ਉਹ ਪਹਿਲੀ ਜਿਮਨੀ ਚੋਣ 'ਚ ਮਨਪ੍ਰੀਤ ਬਾਦਲ ਜਿੱਤੇ ਸੀ ਜੀ। ਉਸ ਚੋਣ ਤੇ ਇੰਨਾ ਜ਼ੋਰ ਲੱਗਿਆ ਕਿ ਵਿਰੋਧੀ ਧਿਰ ਜਿੱਤ ਗਈ। ਜਿਉਂ ਹੀ ਉਹ ਵਿਰੋਧੀ ਧਿਰ ਜਿੱਤੀ, ਸੀਟ ਤਾਂ ਇੱਕ ਜਿੱਤੀ ਸੀ, ਲੇਕਿਨ ਉਹਦੇ ਵਿੱਚ ਜਾਨ ਪੈ ਗਈ। ਇਹਦੇ ਵਿੱਚ ਇਹ ਗੱਲ ਹੈ ਕਿ ਹੁਣ ਜਿਹੜੇ ਆ ਸਾਡੇ ਨੇੜੇ ਲੱਗਦੇ 3 ਸੂਬਿਆਂ 'ਚ ਚੋਣ ਹੈ, ਉੱਤਰਾਖੰਡ 'ਚ, ਯੂਪੀ 'ਚ ਤੇ ਪੰਜਾਬ 'ਚ, ਸੰਵਿਧਾਨ ਇਹ ਕਹਿੰਦਾ ਹੈ ਕਿ ਜੇ ਚੋਣਾਂ 'ਚ 6 ਮਹੀਨੇ ਰਹਿੰਦੇ ਹੋਣ ਜਾਂ ਇਸ ਤੋਂ ਘੱਟ ਸਮਾਂ ਹੋਵੇ ਤਾਂ ਉੱਥੇ ਜਿਮਨੀ ਚੋਣ ਨਹੀਂ ਕਰਵਾਈ ਜਾਂਦੀ। ਬਿਲਕੁਲ। ਇਸ ਕਰਕੇ ਇਹਨਾਂ 3 ਸੂਬਿਆਂ 'ਚ ਕੋਈ ਜਿਮਨੀ ਚੋਣ ਨਹੀਂ ਹੋਏਗੀ। ਮੈਨੂੰ ਜੋ ਲੱਗ ਰਿਹਾ, ਮੇਰੀ ਜਾਣਕਾਰੀ ਮੁਤਾਬਕ ਨਹੀਂ ਹੈਗੀਆਂ। ਬਿਲਕੁਲ। ਉਹਦਾ ਕਾਰਨ ਇਹ ਹੈ, ਇਹ ਨਹੀਂ ਵੀ ਇੱਥੇ ਸੀਟਾਂ ਖਾਲੀ ਨਹੀਂ ਸੀ, ਸੀਟਾਂ ਖਾਲੀ ਸੀ ਕਿਉਂਕਿ ਸਮਾਂ ਥੋੜਾ ਰਹਿ ਗਿਆ, 3 ਮਹੀਨੇ ਰਹਿੰਦੇ। ਬਿਲਕੁਲ। ਪਰੰਤੂ ਨਾਲ ਦੀਆਂ ਸਟੇਟਾਂ ਦੇ ਵਿੱਚ ਜੇ ਜਿਮਨੀ ਚੋਣ ਹਾਰਦੀ ਹੈ ਸਰਕਾਰ, ਜਿਵੇਂ ਸੰਭਾਵਨਾ ਹੈ, ਸਪੈਸ਼ਲੀ ਹਰਿਆਣੇ 'ਚ ਜ਼ੋਰ ਬਹੁਤ ਲੱਗਿਆ ਹੋਇਆ ਹੈ ਔਰ ਉਹਦੇ ਵਿੱਚ ਸਰਕਾਰ ਨੇ ਆਪਣਾ ਹਰ ਹਰਬਾ ਵਰਤਣਾ ਹੈ ਔਰ ਉਹਦੀ ਹਵਾ ਨਿਕਲ ਚੁੱਕੀ ਹੈ। ਹੁਣ ਉੱਥੇ ਬੀਜੇਪੀ ਸਰਕਾਰ ਦੋਵੇਂ ਤਰਫ ਫਸੀ ਹੋਈ ਹੈ। ਜੇ ਖਾਂਦਾ ਕੋੜੀ, ਜੇ ਛੱਡਦਾ ਕਲੰਕੀ, ਦੋਨੇ ਪਾਸੇ ਫਸੀ ਹੋਈ ਹੈ। ਮਤਲਬ ਮੰਨ ਲਓ ਜੇ ਇਹ ਕਹੀਏ ਕਿ ਇੱਥੇ ਜੇ ਬੀਜੇਪੀ ਸਰਕਾਰ ਕੋਈ ਕੁਦਰਤ ਦਾ ਭਾਣਾ ਐਸਾ ਵਰਤੇ, ਉਹ ਕਵੇ ਕਿ ਅਸੀਂ ਬੀਜੇਪੀ ਸਰਕਾਰ ਜਿੱਤ ਗਈ, ਕਿਸੇ ਬੰਦੇ ਨੇ ਸੱਚ ਨਹੀਂ ਮੰਨਣਾ ਕਿ ਇਹ ਵੋਟਾਂ ਨਾਲ ਜਿੱਤ ਗਈ। ਹਾਂ ਬਿਲਕੁਲ, ਸਮਝ ਗਏ ਨਾ। ਹੁਣ ਉਹਦਾ ਵੀ ਨੁਕਸਾਨ ਹੋਏਗਾ, ਜਿੱਤਣ ਦਾ ਵੀ ਨੁਕਸਾਨ ਹੈ। ਇਹ ਦੋ ਧਾਰੀ ਤਲਵਾਰ ਹੈ। ਜੇ ਜਿੱਤਣਗੀ ਤਾਂ ਉਹਨਾਂ ਨੇ ਹੋ ਸਕਦਾ ਕੋਈ ਇਹ ਅੰਦੋਲਨ ਹੀ ਵੱਡਾ ਹੋ ਜੇ। ਮਤਲਬ ਜਿੱਦਾਂ ਤੁਹਾਡੇ ਸਾਹਮਣੇ ਹੈ, ਦੇਖੋ ਨਿਯਮ ਹੋਰ ਤਰ੍ਹਾਂ ਹੁੰਦੇ ਨੇ, ਫੈਕਟ ਹੋਰ ਤਰ੍ਹਾਂ ਹੁੰਦੇ ਨੇ। ਮਮਤਾ ਬੈਨਰਜੀ ਆਪਦੀ ਇਲੈਕਸ਼ਨ ਹਾਰ ਗਈ, ਪਰ ਕੋਈ ਧਿਰ ਇਹ ਨਹੀਂ ਮੰਨਦੀ ਵੀ ਉਹ ਇਲੈਕਸ਼ਨ ਹਾਰੀ ਹੈ। ਬਿਲਕੁਲ। ਤੇ ਉਹਦੇ ਇਲੈਕਸ਼ਨ ਹਾਰਨ ਨਾਲ ਕਿਤੇ ਵੀ ਜਿਹੜਾ ਉਹਨਾਂ ਦਾ ਮੋਰਾਲ ਹੈ ਉਹ ਨੀਵਾਂ ਨਹੀਂ ਹੋ ਰਿਹਾ, ਸਗੋਂ ਉੱਚਾ ਹੋ ਰਿਹਾ। ਹਰ ਬੰਦਾ ਇਹ ਮੰਨ ਰਿਹਾ ਕਿ ਇਹਨੂੰ ਹਰਾਇਆ ਗਿਆ। ਸੋ ਇਸੇ ਕਰਕੇ ਜੇ ਉੱਥੇ ਇਲੈਕਸ਼ਨ ਹਾਰ ਜਾਂਦੀ ਹੈ ਤਾਂ ਇੰਨਾ ਮਾੜਾ ਪ੍ਰਚਾਰ ਹੋਊਗਾ ਕਿ ਸਾਰੇ ਹਰਬੇ ਵਰਤਣ ਦੇ ਬਾਵਜੂਦ ਵੀ ਸਰਕਾਰ ਹਾਰ ਗਈ। ਜਿਹੜੀਆਂ ਵੋਟਾਂ ਇਹਨਾਂ ਨੂੰ ਪਈਆਂ ਨੇ ਉਹ ਵੀ ਇਹਨਾਂ ਨੇ ਛਲ ਕਪਟ ਨਾਲ ਲਈਆਂ ਨੇ। ਬਿਲਕੁਲ। ਸੋ ਇਸ ਕਰਕੇ ਇਹ ਜਿਮਨੀ ਚੋਣਾਂ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਜਾਂ ਕੋਈ ਹੋਰ ਸਰਕਾਰ ਹੈ, ਜਿਵੇਂ ਬੰਗਾਲ ਦੀਆਂ ਜਿਮਨੀ ਚੋਣਾਂ ਹੋ ਰਹੀਆਂ ਨੇ, ਉੱਥੇ ਮਤਲਬ ਸਾਹਮਣੇ ਕੰਧ ਤੇ ਲਿਖਿਆ ਹੋਇਆ ਕਿ ਮਮਤਾ ਬੈਨਰਜੀ ਨੂੰ ਕੋਈ ਨਹੀਂ ਹਰਾ ਸਕਦਾ। ਠੀਕ ਹੈ ਕਿ ਨਹੀਂ। ਜਾਂ ਕਿਤੇ ਹੋਰ ਜਿਹੜੀਆਂ ਨੋਰਮਲੀ ਇਹ ਹੁੰਦਾ ਹੈ ਕਿ ਸਾਰੀਆਂ ਸਟੇਟਾਂ 'ਚ, ਜਿਵੇਂ ਹੁਣ ਮੱਧ ਪ੍ਰਦੇਸ਼ 'ਚ ਹੈ, ਮੱਧ ਪ੍ਰਦੇਸ਼ 'ਚ ਇਹਨਾਂ ਨੇ ਸਰਕਾਰ ਤੋੜ ਫੋੜ ਕਰਕੇ ਬਣਾਈ ਹੈ, ਪਰ ਉਹਦੇ ਬਾਵਜੂਦ ਵੀ ਲੱਗ ਰਿਹਾ ਅਖਬਾਰਾਂ 'ਚ ਕਿ ਕਾਂਗਰਸ ਅੱਛੀ ਫਾਈਟ ਦੇ ਰਹੀ ਹੈ। ਰਿਜ਼ਲਟ ਕੀ ਆਉਣਗੇ ਉਹ ਪਤਾ ਨਹੀਂ। ਮਤਲਬ ਇਹਦੇ ਵਿੱਚ ਮੈਂ ਤੁਹਾਨੂੰ ਫੇਰ ਕਹਿਣਾ ਕਿ ਜਿਮਨੀ ਇਲੈਕਸ਼ਨ ਦੇ ਵਿੱਚ ਜੇ ਸਰਕਾਰ ਚੋਣ ਜਿੱਤਦੀ ਹੈ, ਇਹ ਕੋਈ ਬਹੁਤ ਵੱਡਾ ਮਾਰਕਾ ਨਹੀਂ ਹੈਗਾ।
ਆਏ ਠੀਕ ਹੈ ਕਿ 2 ਦਿਨ ਉਹ ਅਖਬਾਰਾਂ 'ਚ ਗੱਲਾਂ ਕਰ ਲੈਂਦੀ ਹੈ ਕਿ ਸਾਡੀਆਂ ਨੀਤੀਆਂ ਦੀ ਪ੍ਰੋੜਤਾ ਕੀਤੀ ਗਈ ਹੈ, ਜਦੋਂ ਕਿ ਇਹ ਗੱਲ ਸੱਚ ਨਹੀਂ ਹੁੰਦੀ। ਬਿਲਕੁਲ। ਪਰੰਤੂ ਜੇ ਹਾਰ ਜਾਂਦੀ ਹੈ ਫਿਰ ਉਹਦੀ ਬਦਨਾਮੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਐਦਾਂ ਦੀ ਗੱਲ ਹੁੰਦੀ ਹੈ ਜਿਮਨੀ ਚੋਣ, ਜਿਵੇਂ ਆਪਾਂ ਕਹੀਏ ਜੇ ਮਾੜੇ ਭਲਵਾਨ ਨਾਲ ਤਕੜਾ ਭਲਵਾਨ ਘੁਲਦਾ ਹੈ, ਜੇ ਮਾੜਾ ਹਾਰ ਜਾਂਦਾ ਤਾਂ ਸਾਰੇ ਲੋਕਾਂ ਨੂੰ ਲੱਗਦਾ ਹੀ ਹੈ ਵੀ ਇਹਨੇ ਤਾਂ ਹਾਰ ਨਹੀਂ ਸੀ। ਪਰ ਜੇ ਤਕੜਾ ਹਾਰ ਜਾਂਦਾ ਨਾ ਫਿਰ ਜਿਹੜੀ ਜ਼ਿਆਦਾ ਡੰਡ ਲੈ ਜਾਂਦੀ ਹੈ। ਸੋ ਇਸ ਦਾ ਜੇਕਰ ਇਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਨੇ ਦੋਵੇਂ ਪਾਸੇ, ਮੇਰੇ ਮੁਤਾਬਕ ਇਹਦਾ ਬੀਜੇਪੀ ਤੇ ਮਾੜਾ ਹੀ ਪ੍ਰਭਾਵ ਪਏਗਾ, ਚੰਗਾ ਪ੍ਰਭਾਵ ਨਹੀਂ ਪਊਗਾ। ਬਿਲਕੁਲ। ਦੇਖੋ ਬੀਜੇਪੀ ਸਰਕਾਰ ਤਾਂ ਕਿਸਾਨੀ ਅੰਦੋਲਨ ਕਰਕੇ ਕਹਿ ਸਕਦੇ ਹਾਂ ਕਿ ਜੇਤੂ ਰੱਥ ਸੀ ਬੀਜੇਪੀ ਦਾ। ਕਿਸਾਨੀ ਅੰਦੋਲਨ ਤੇ ਕਿਸਾਨਾਂ ਨੇ ਉਸ ਰੱਥ ਨੂੰ ਰੋਕਿਆ, ਕਿਉਂਕਿ ਬੀਜੇਪੀ ਸਰਕਾਰ ਆਪਣੇ ਆਪ 'ਚ ਦਾਅਵਾ ਕਰਦੀ ਸੀ ਕਿ ਅਸੀਂ ਬੜੇ ਤਾਕਤਵਰ ਹਾਂ ਤੇ ਸਾਨੂੰ ਹਰਾਉਣ ਵਾਲੀ ਵਿਰੋਧੀ ਧਿਰ ਸਾਡੇ ਸਾਹਮਣੇ ਇੱਕ ਬੌਣੇ ਕੱਦ ਦੀ ਸਾਬਤ ਹੋ ਰਹੀ ਹੈ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਰੱਖਣ ਦੇ ਲਈ। ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਵਿਸ਼ਾ ਸੀ ਯੂਪੀ ਦੇ ਵਿੱਚ ਬੀਜੇਪੀ ਦੀ ਸਥਿਤੀ ਕੀ ਹੈ। ਕੇਂਦਰ ਸਰਕਾਰ ਨੂੰ ਵੀ ਇਹ ਚਿੰਤਾ ਵੱਡ ਖਾ ਰਹੀ ਹੈ ਕਿ ਸਾਡੇ ਹੱਥਾਂ 'ਚੋਂ ਯੂਪੀ ਨਾ ਨਿਕਲ ਜੇ ਤੇ ਪ੍ਰਧਾਨ ਮੰਤਰੀ ਨੂੰ ਕੁਰਸੀ ਦਾ ਰਾਜ ਯੂਪੀ ਹੋ ਕੇ ਜਾਂਦਾ, ਕਿਤੇ ਉੱਥੇ ਸਾਨੂੰ ਖਮਿਆਜ਼ਾ ਨਾ ਭੁਗਤਣਾ ਪਵੇ। ਚਿੰਤਾ ਦੇ ਵਿੱਚ ਬੀਜੇਪੀ ਹੈ, ਕਿਉਂਕਿ ਸਾਹਮਣੇ ਕਿਸਾਨੀ ਅੰਦੋਲਨ ਖੜਾ। ਇਸ ਮਸਲੇ ਦੇ ਵਿੱਚ ਜੋ ਇਸ ਕਹਿ ਸਕਦੇ ਹਾਂ ਆਪਾਂ, ਇਸ ਸਿਆਸਤ ਦੇ ਵਿੱਚ, ਯੂਪੀ ਦੀ ਸਿਆਸਤ ਦੇ ਵਿੱਚ ਜੋ ਜਾਣਕਾਰੀ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।